ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਜੁਗ ਤੈ ਮਾਣਿਓ, ਛਲਿਓ ਬਾਲ ਬਾਵਨ ਭਾਇਓ। ਤ੍ਰਿਤੈ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ। ਦੁਆਪੁਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਉਗਰ ਸੈਨ ਕਉ ਰਾਜ, ਅਭੈ ਭਗਤੈ ਜਨ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਪੰਥ ਵਾਲੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮੁਖਾਰਬਿੰਦ ਰਚਨਾ, ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜਿਨ੍ਹਾਂ ਦੇ ਅਸੀਂ ਸ਼ੁੱਧ ਪਾਠ ਬੋਧ ਦੇ ਰੂਪ ਵਿੱਚ ਦਰਸ਼ਨ ਦਿਦਾਰੇ ਕਰ ਰਹੇ ਹਾਂ। ਸੋ ਪਿੱਛੇ ਆਪਾਂ ਦਰਸ਼ਨ ਕਰ ਚੁੱਕੇ ਹਾਂ। ਇੱਕ 188 ਅੰਗ ਤੇ 188 ਤੋਂ ਇਹ ਅੱਗੇ ਆਰੰਭ ਹੋ ਜਾਣਾ। 19 ਅਵਤਾਰ ਜਿਹੜੇ ਆ ਉੱਥੇ ਤੱਕ ਬਾਣੀ ਪੜ੍ਹ ਲਈ ਹੈ, ਦਰਸ਼ਨਦਾਰੇ ਕਰ ਲਏ ਨੇ। ਹੁਣ ਆਰੰਭ ਹੋਵੇਗਾ 20ਵਾਂ ਅਵਤਾਰ, ਸ਼੍ਰੀ ਰਾਮ ਚੰਦਰ ਜੀ। ਸੋ ਸਾਧ ਸੰਗਤ ਜੀ, ਜੋ 24 ਅਵਤਾਰ ਸੱਚੇ ਪਾਤਸ਼ਾਹ ਜੀ ਨੇ ਵਰਣਨ ਕੀਤੇ ਨੇ, ਗੁਰੂ ਜੀ ਨੇ 24 ਅਵਤਾਰਾਂ ਦਾ ਜੋ ਜੀਵਨ ਸੰਗ੍ਰਹਿ ਕੀਤਾ ਹੈ। ਇੱਕ ਸਵਾਲ ਆਇਆ ਵੀ ਕਿਸ ਲਈ ਕੀਤਾ ਗਿਆ। ਉਹਦੇ ਉੱਤਰ ਵਿੱਚ ਇਹ ਬੇਨਤੀ ਆ, ਪਹਿਲਾ ਨੰਬਰ ਤਾਂ ਗੱਲ ਵੀ ਇਹ ਆ ਵੀ ਸਿੰਘਾਂ ਨੂੰ ਅਤੇ ਅਵਤਾਰਾਂ ਦੇ ਸ਼ਰਧਾਲੂਆਂ ਨੂੰ ਉਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ। ਖਾਲਸਾ ਪੰਥ ਨੂੰ ਤੇ ਅਵਤਾਰਾਂ ਦੇ ਸ਼ਰਧਾਲੂਆਂ ਨੂੰ ਇਸ ਜੋ ਅਵਤਾਰ 24 ਅਵਤਾਰ ਨੇ, ਇਹਨਾਂ ਦੇ ਜੀਵਨ ਤੋਂ ਜਾਣੂ ਕਰਵਾਉਣ ਬਾਰੇ ਪਹਿਲਾ ਨੰਬਰ ਤਾਂ ਇਹ ਹੈ। ਦੂਜੀ ਗੱਲ ਹੈ ਵੀ ਇਸ ਲਈ ਕਿ ਅਵਤਾਰ ਜਗਤ ਵਿੱਚ ਸੰਸਾਰ ਦੀ ਪ੍ਰਕਿਰਿਆ ਸੁਧਾਰਨ ਲਈ ਆਉਂਦੇ ਰਹਿੰਦੇ ਨੇ। ਪਰਮੇਸ਼ਰ ਭੇਜਦਾ, ਉਹਨਾਂ ਦੇ ਜੀਵਨ ਤੋਂ ਕੁਝ ਗੁਣ ਹਾਸਲ ਕਰਕੇ ਸੰਸਾਰੀ ਲੋਕ ਜਗਿਆਸੂ ਆਪਣਾ ਜੀਵਨ ਸੁਧਾਰ ਸਕਣ। ਇਹ ਕਾਰਨ ਨੇ। ਤੀਜੀ ਹੈ ਉਹਨਾਂ ਦਾ ਜਿਹੜਾ ਬਲ ਦੱਸ ਕੇ, ਉਹਨਾਂ ਦਾ ਜੋਰ ਦੱਸ ਕੇ ਅਕਾਲ ਪੁਰਖ ਦੇ ਬਲ ਦਾ ਅੰਦਾਜ਼ਾ ਲਾਇਆ ਜਾ ਸਕੇ ਵੀ ਜਿਹੜਾ ਅਕਾਲ ਪੁਰਖ ਇਹਨਾਂ ਅਵਤਾਰਾਂ ਨੂੰ ਆਪਣੇ ਮੈਨੂੰ ਬਲ ਦੇ ਕੇ ਭੇਜਦਾ ਹੈ, ਉਹ ਆਪ ਕਿਤਨੇ ਕੁ ਬਲ ਦਾ ਮਾਲਕ ਹੋਵੇਗਾ। ਉਹ ਕੀ ਕਰ ਸਕਦਾ ਹੈ ਤੇ ਕੀ ਨਹੀਂ ਕਰ ਸਕਦਾ, ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਅੱਗੇ ਅਗਲੀ ਗੱਲ ਆ ਵੀ ਉਹਨਾਂ ਦਾ ਬਲ ਵਿਖਾ ਕੇ ਇਹ ਵੀ ਦੱਸਣਾ ਹੈ ਕਿ ਅਵਤਾਰਾਂ ਨੇ ਕੀ ਕੁਝ ਕੀਤਾ, ਕਿੱਡੇ ਕਿੱਡੇ ਬੜੇ ਬੜੇ ਕਾਰਜ ਕੀਤੇ, ਪਰ ਅੰਤ ਨੂੰ ਮੌਤ ਕੋਲੋਂ ਨਾ ਬਚ ਸਕੇ।
ਅਗਲੀ ਗੱਲ ਆ, ਸੰਸਾਰ ਨੂੰ ਅਵਤਾਰ ਤੇ ਉਹਨਾਂ ਦੇ ਵਿਰੋਧੀ ਆਪਣੇ ਬਲ ਨਾਲ ਅਚੰਭਿਤ ਕਰਨ ਵਾਲੇ 14 ਵਿਦਿਆ ਦੇ ਨਿਧਾਨ ਜਾਂ ਵੇਦਾਂ ਦੇ ਵੱਡੇ ਵੱਡੇ ਗਿਆਤਾ, ਉੱਡ ਕੇ ਸੰਸਾਰ ਨੂੰ ਗਾਉਣ ਵਾਲੇ, ਤਿੰਨਾਂ ਲੋਕਾਂ ਨੂੰ ਜਿੱਤ ਲੈਣ ਵਾਲੇ, ਉਹ ਪ੍ਰਭੂ ਦੇ ਪ੍ਰਯਾਸ ਨੂੰ ਜਰਾ ਵੀ ਜਾਣ ਨਾ ਸਕੇ। 4 ਦਿਨ ਚੰਮਦੀਆਂ ਚਲਾ ਕੇ ਚੱਲ ਗਏ ਨੇ, ਇਹ ਸਪਸ਼ਟ ਕਰ ਦਿੱਤਾ ਹੈ। ਅੱਗੇ ਮਹਾਰਾਜ ਦਾ ਮੁੱਖ ਵਾਕ ਆ ਵੀ ਅਬ 2400 ਚਰੋਂ ਅਵਤਾਰਾ, ਜਿਹ ਬਿਦ ਤਿਨਕਾ ਲਖਾ ਅਖਾਰਾ, ਸੁਣਿਓ ਸੰਤ ਸਭਾ ਚਤਲਾਈ, ਬਰਨਤ श्याम जथा मत भाई, जे 24 अवतार कहाए, तिन भी तुम प्रभ तनक ना पाए। ये कुछ कारण जेड़े ने अवतार रचना के। तो हुण जो असी दर्शनदारे करांगे, राम अवतार 24 अवतारां विच ਇਹ ਵਿਸ਼ੇਸ਼ ਸਥਾਨ ਹੈ ਰਾਮ ਅਵਤਾਰ ਦਾ, ਕਿਉਂਕਿ ਇਸਦੇ 864 ਛੰਦਾਂ ਦੀ ਵੱਡੇ ਆਕਾਰ ਦੀ ਰਚਨਾ ਹੈ ਤੇ 24 ਅਵਤਾਰ ਵਿੱਚ ਆਕਾਰ ਦੇ ਪੱਖ ਤੋਂ ਇਸ ਦਾ ਦੂਜਾ ਸਥਾਨ ਹੈ। ਇਹ ਆਪਾਂ ਦਰਸ਼ਨਦਾਰੇ ਕਰਾਂਗੇ, ਨਾਲ ਨਾਲ ਪਤਾ ਲੱਗ ਜਾਵੇਗਾ। ਇਹਦੇ ਅੰਦਰਲੀ ਗਵਾਹੀ ਤੋਂ ਇਹ ਵੀ ਪਤਾ ਲੱਗਦਾ ਹੈ ਵੀ ਹਾੜਵਦੀ प्रथम 1755 ਬਿਕਰਮੀ ਨੂੰ ਨੈਣਾ ਦੇਵੀ ਦੇ ਪਰਬਤ ਤੋਂ ਹੇਠਾਂ ਵੱਲ ਸਤਲੁਜ ਦੇ ਕਿਨਾਰੇ ਤੇ ਇਹਦੀ ਰਚਨਾ ਹੋਈ ਹੈ। ਆਪਾਂ ਅੱਗੇ ਜਾ ਕੇ ਦਰਸ਼ਨਦਾਰੇ ਕਰਾਂਗੇ। ਤੋ ਸਮੁੱਚੇ ਤੌਰ ਤੇ ਇਸ ਅਵਤਾਰ ਕਥਾ ਦਾ ਮੇਲ ਵਾਲਮੀਕੀ ਰਮਾਇਣ ਦੇ ਕੁਝ ਕੁ ਹੱਦ ਤੱਕ ਅਧਿਆਤਮਿਕ ਰਮਾਇਣ ਨਾਲ ਮੇਲ ਖਾਂਦਾ ਹੈ। ਇਸ ਅਵਤਾਰ ਪ੍ਰਸੰਗ ਵਿੱਚ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਥਾ ਦੀ ਸੰਖੇਪਤਾ ਵੱਲ ਬਹੁਤ ਧਿਆਨ ਦਿੱਤਾ। ਆਪਾਂ ਦਰਸ਼ਨਦਾਰੇ ਕਰਾਂਗੇ। ਮਹਾਰਾਜ ਫਿਰ ਕਹਿੰਦੇ ਵੀ ਨਾਲ ਨਾਲ ਵੀ ਸੰਕੋਚ ਕੇ ਚੱਲਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ। ਰਾਮ ਅਵਤਾਰ ਵਿੱਚ ਲਵ ਕੁਸ਼ ਦੇ ਯੁੱਧ ਦਾ ਵਰਣਨ ਬੜੀ ਤਲੀਨਤਾ ਨਾਲ ਕੀਤਾ ਗਿਆ, ਪਰ ਰਮਾਇਣ ਵਿੱਚ ਇਸ ਦਾ ਚਿਤਰਣ ਨਹੀਂ ਹੋਇਆ। ਇਹ ਸਪਸ਼ਟ ਹੈ ਕਿ ਰਾਮ ਅਵਤਾਰ ਦੇ ਜਿਹੇ ਅੰਸ਼ ਲੋਕ ਪ੍ਰਸਿੱਧ ਪਰੰਪਰਾਵਾਂ ਤੋਂ ਆਏ ਹਨ। ਰਾਮ ਅਵਤਾਰ ਦਾ ਮੁੱਖ ਆਸ਼ਾ ਰਾਮ ਚੰਦਰ ਜੀ ਦੇ ਵੀਰ ਰੂਪ ਅਤੇ ਵੈਰੀ ਨਾਸ਼ਕ ਰੂਪ ਨੂੰ ਅਦਕ ਚਿਤਰਨਾ ਹੈ, ਕਿਉਂਕਿ ਇੱਥੇ ਸਾਹਿਬ ਜੀ ਨੇ ਜੋ ਉਦੇਸ਼ ਰੱਖੇ ਨੇ ਇਹ ਨਿਰੀ ਅਵਤਾਰ ਕਥਾ ਦੱਸਣੀ ਨਹੀਂ, ਸਗੋਂ ਯੁੱਧ ਅਨੁਸਾਰ ਉਸ ਦੇ ਉਪਯੋਗੀ ਤੱਥਾਂ ਦੇ ਪੱਖਾਂ ਨੂੰ ਵਧੇਰੇ ਉਘਾੜਨਾ ਸੀ। ਧਰਮ ਯੁੱਧ ਲਈ ਤਿਆਰ ਕੀਤੇ ਜਾ ਰਹੇ ਸਿੱਖ ਭਾਈਚਾਰੇ ਅਥਵਾ ਖਾਲਸਾ ਪੰਥ ਵਾਸਤੇ ਯੁੱਧ ਦੀ ਪ੍ਰੇਰਨਾ ਦੇਣ ਵਾਲੇ ਪ੍ਰਸੰਗਾਂ ਨੂੰ ਬਹੁਤਾ ਚਿਤਰਨ ਕੀਤਾ। ਅਤ ਆਵਸ਼ਕ ਸੀ ਅਤੇ ਇਸ ਆਵਸ਼ਕਤਾ ਦੀ ਪੂਰਤੀ ਲਈ ਯੁੱਧ ਵਰਨ ਤੋਂ ਹੀ ਹੋ ਸਕਦੀ ਸੀ। ਸੋ ਯੁੱਧ ਦਾ ਸਮੁੱਚਾ ਵਾਤਾਵਰਨ ਬਹੁਤ ਉਤਸ਼ਾਹਵਰਧਕ ਹੈ। ਛੰਦਾਂ ਦੀ ਚਾਲ ਯੁੱਧ ਦੇ ਪੈਂਤੜੇ ਤੇ ਨਿਸ਼ਚਿਤ ਹੋਈ ਹੈ। ਬਾਰ-ਬਾਰ ਛੰਦਾਂ ਦੀ ਅਦਲਾ ਬਦਲੀ ਆ ਰਹੀ ਹੈ। ਇਹ ਸਾਹਿਬ ਜੀ ਦੀ ਆਪਣੀ ਕਮਾਲ ਹੈ, ਕਵਿਤਾ ਦਾ ਕਮਾਲ ਹੈ। ਅਲੰਕਾਰਾਂ ਦੀ ਯੋਜਨਾ ਦੇ ਪ੍ਰਭਾਵ ਨੂੰ ਤੀਬਰ ਕੀਤਾ ਗਿਆ ਹੈ। ਭਾਸ਼ਾ ਦੇ ਅਨੁਸਾਰ ਯੁੱਧ ਧੁਨੀਆਂ ਨੂੰ ਸਿਰਜਿਆ ਗਿਆ ਹੈ। ਮੁੱਖ ਤੌਰ ਤੇ ਇਸ ਚਰਿੱਤਰ ਕਥਾ ਦੀ ਭਾਸ਼ਾ ਬਿਰਜ ਹੈ। ਬਿਰਜ ਭਾਸ਼ਾ ਬਹੁਤੀ ਆ, ਅਵਧੀ ਵੀ ਆ, ਰਾਜਸਥਾਨੀ ਵੀ ਵਰਤੀ ਗਈ ਆ ਤੇ ਕਿਤੇ ਕਿਤੇ ਪੰਜਾਬੀ ਦਾ ਪ੍ਰਭਾਵ ਵੀ ਹੋਇਆ ਕਿ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਹਾਨ ਆਪ ਪੰਜਾਬੀ ਸਨ। ਪੰਜਾਬ ਦੇ ਦ੍ਰਿਸ਼ਟੀਕੋਚਰ ਨੂੰ ਜਾਣਨਾ ਉਹਨਾਂ ਦਾ ਜ਼ਰੂਰੀ ਸੀ। ਸੋ ਇਹ ਰਚਨਾ ਪ੍ਰਬੰਧ ਕਾਵਿ ਦਾ ਰੂਪ ਧਾਰਦੀ ਪ੍ਰਤੀਤ ਹੁੰਦੀ ਹੈ। ਯੋਧਿਆਂ ਦੀਆਂ ਆਪਸ ਵਿੱਚ ਹੁੰਦੀਆਂ ਗੱਲਾਂ, ਉਗਤੀਆਂ, ਯੁਗਤੀਆਂ, ਵਿਅੰਗ ਆਦਿ ਦਾ ਪ੍ਰਭਾਵਸ਼ਾਲੀ ਚਿਤਰਨ ਹੋਇਆ ਗਿਆ ਕਿ ਆਪਾਂ ਦਰਸ਼ਨ ਦਿਦਾਰੇ ਕਰਾਂਗੇ। ਸੋ ਐਸੀ ਰਾਮ ਅਵਤਾਰ 24ਵਾਂ ਅਵਤਾਰ ਆ ਰਿਹਾ ਹੈ, ਜਿਹਨੂੰ ਸਤਿਕਾਰ ਨਾਲ ਸ੍ਰੀ ਰਾਮ ਚੰਦਰ ਜੀ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ। ਸੋ ਇਸ ਕਥਾ ਮੁਤਾਬਕ 20ਵਾਂ ਅਵਤਾਰ ਹੈ। ਆਓ ਦਰਸ਼ਨਦਾਰੇ ਕਰਦੇ ਹਾਂ ਜੀ। 188 ਅੰਗ 10ਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮੁਬਾਰਕ ਕਾਨੀ ਦਾ ਇੱਕ ਕਮਾਲ। ਆਓ ਦਰਸ਼ਨ ਦਿਦਾਰੇ ਕਰੀਏ ਜੀ। ਹਾਂਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਅਥ ਬੀਸਵਾਂ ਰਾਮ ਅਵਤਾਰ ਕਥਨੰ। ਹਾਂਜੀ, ਜੋ ਇੱਥੇ ਮੰਗਲਾਚਰਨ ਆਇਆ ਹੈ ਉਹ ਹੈ ਇੱਕ ਓੰਕਾਰ। ਇਹ ਮੰਗਲ ਹੈ। ਅੱਗੇ ਇਬਾਦਤ ਸ਼ੁਰੂ ਹੋ ਜਾਂਦੀ। ਅਥ ਬੀਸਵਾਂ ਰਾਮ ਅਵਤਾਰ ਕਥਨੰ। ਮੰਗਲਾਚਰਨ ਇੱਕ ਓੰਕਾਰ ਅੱਗੇ ਵੀ ਜਾ ਕੇ ਆਵੇਗਾ। ਇੱਕ ਓੰਕਾਰ ਸਵਈਆ ਪਾਤਸ਼ਾਹੀ ਦਸਵੀਂ। ਜੋ ਕਿਛ ਲੇਖ ਲਿਖਿਓ ਬਦਨਾ ਸੋਈ ਪਾਇਤ ਮਿਸਰਜੂ ਸੋਕ ਨਿਵਾਰੋ। ਉੱਥੇ ਵੀ ਮੰਗਲਾਚਰਨ ਇਹੋ ਹੀ ਹੈ। ਜਿਵੇਂ ਹੁਣ ਆਪਾਂ ਦਰਸ਼ਨਦਾਰੇ ਕੀਤੇ ਆ 188 ਅੰਗ ਤੇ 20ਵਾਂ ਅਵਤਾਰ ਦੇ ਆਰੰਭ ਵਿੱਚ। ਤੇ ਜਦੋਂ ਆਰੰਭਕ ਹੈ ਜਾਪ ਸਾਹਿਬ, ਉੱਥੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਗੇ ਅਕਾਲ ਉਸਤ ਸਾਹਿਬ, ਉੱਥੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਫੇਰ ਬਚਿੱਤਰ ਨਾਟਕ। ਸੋ ਇਸ ਪ੍ਰਕਾਰ ਦਰਸ਼ਨਦਾਰੇ ਆਪ ਜੀ ਕਰੋ 33 ਸਵਈਆਂ ਦੇ। ਉੱਥੇ ਵੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਇਹ ਮੰਗਲਾਚਰਨ ਹੈ। ਤੇ ਇਸ ਤੋਂ ਅੱਗੇ ਫਿਰ ਸ਼ਸਤਰ ਨਾਮ ਵਾਲਾ ਬਾਣੀ ਹੈ। ਜੋ ਸ਼ਸਤਰ ਨਾਮ ਵਾਲੀ ਬਾਣੀ ਦੇ ਬਹੁਤ ਸਿੱਖ ਅਭਿਆਸੀ ਵੀ ਨੇ, ਨਿਤਨੇਮ ਵੀ ਕਰਦੇ ਨੇ। ਉਹਦੇ ਤੇ ਵੀ ਮੰਗਲਾਚਰਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜੇ ਸ਼ਸਤਰਨਾਮ ਵਾਲਾ ਬਾਣੀ ਤੇ ਬਹੁਤ ਸਾਰੇ ਸਿੱਖ ਸ਼ਸਤਰਨਾਮ ਵਾਲੀ ਦਾ ਬਾਣੀ ਦਾ ਅਭਿਆਸ ਕਰਦੇ ਨੇ, ਨਿਤਨੇਮ ਕਰਦੇ ਨੇ, ਜਿਹਦੇ ਵਿੱਚ ਅਸੀਂ ਅਕਾਲ ਤਖਤ ਸਾਹਿਬ ਤੇ ਉੱਥੇ ਪਵਿੱਤਰ ਪੰਕਤੀਆਂ ਇਸੇ ਬਾਣੀ ਵਿੱਚੋਂ ਹਨ। ਜਿਹਦੇ ਸ਼ਸਤਰਨਾਮੰ ਨਮਸਕਾਰ ਧਾਮੰ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਾਹਿਬ ਸਰੋਹੀ ਸਹਿਤੀ ਜਹ ਹਮਾਰਾ ਪੀਰ। ਇਹ ਇਸੇ ਬਾਣੀ ਚੋਂ ਪਵਿੱਤਰ ਪੰਕਤੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਿੱਥੇ ਸ਼ਸਤਰ ਸੁਭਾਏਮਾਨ ਹੁੰਦੇ ਨੇ ਉੱਥੇ ਇਹ ਪੰਕਤੀਆਂ ਦੇ ਦਰਸ਼ਨ ਕਰ ਸਕਦੇ ਹਾਂ। ਤਾਂ ਇਹ 717 ਅੰਗ ਤੇ ਹੈ ਸ਼ਸਤਰਨਾਮ ਵਾਲਾ ਬਾਣੀ। ਇੱਥੇ ਵੀ ਹੈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਇਹ ਮੰਗਲਾਚਰਨ ਹੈ। ਤੋਂ ਅੱਗੇ ਜਿੱਥੇ ਪ੍ਰਥਮ ਚਰਿੱਤਰ 405 ਚਰਿੱਤਰਾਂ ਦੀ ਸਾਰੀ ਗਿਣਤੀ ਹੈ, ਪਹਿਲਾ ਚਰਿੱਤਰ ਆਰੰਭ ਹੁੰਦਾ ਹੈ 809 ਅੰਗ ਤੇ। ਉੱਥੇ ਵੀ ਮੰਗਲਾਚਰਨ ਹੈ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਉੱਥੇ ਮੰਗਲਾਚਰਨ ਹੀ ਹੈ। ਤੋ ਇਹ ਬੇਨਤੀ ਕੀਤੀ ਸੀ ਤਾਂ ਮੰਗਲਾਚਰਨ ਇੱਥੇ ਇੱਕ ਓੰਕਾਰ ਹੋਣ ਕਰਕੇ ਕਿਸੇ ਨੇ ਐਸਾ ਭੁਲੇਖੇ 'ਚ ਨਹੀਂ ਆ ਜਾਣਾ ਵੀ ਇਹ ਮੰਗਲਾਚਰਨ ਕਿਉਂ ਆਇਆ ਇੱਥੇ, ਕਿੱਦਾਂ ਵੀ ਹੋਰ ਵੀ ਚਾਹੀਦਾ ਸੀ। ਨਹੀਂ, ਇੱਥੇ ਇਹੀ ਸ਼ੁੱਧ ਹੈ ਇੱਕ ਓੰਕਾਰ। ਇਹ ਮੰਗਲਾਚਰਨ ਹੈ। ਅੱਗੇ ਫਿਰ ਅਥ ਬੀਸਵਾਂ ਰਾਮ ਅਵਤਾਰ ਕਥਨੰ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਅਥ ਬੀਸਵਾਂ ਰਾਮ ਅਵਤਾਰ ਕਥਨੰ। ਚੌਪਈ। ਹਾਂ, ਜਦੋਂ ਇਹ ਆਪਾਂ ਪਾਠ ਆਰੰਭ ਕਰਨਾ ਹੈ, ਪਿੱਛੇ ਪਹਿਲਾਂ ਇਹ ਬੇਨਤੀ ਕਰ ਦਿੱਤੀ ਵੀ ਇੱਕ ਓੰਕਾਰ ਇਹ ਮੰਗਲਾਚਰਨ ਹੈ। ਅਸੀਂ ਪੜ੍ਹਨ ਲੱਗਿਆ ਵੀ ਐਸੇ ਢੰਗ ਨਾਲ ਪੜ੍ਹਨਾ ਵੀ ਜਿਵੇਂ ਇਹਨੂੰ ਵੱਖਰਾ ਪੜ੍ਹਿਆ ਜਾਵੇ। ਇੱਕ ਓੰਕਾਰ ਅਥ ਬੀਸਵਾਂ ਰਾਮ ਅਵਤਾਰ ਕਥਨੰ ਚੌਪਈ। ਇਸ ਪ੍ਰਕਾਰ ਵੱਖਰਾ ਜਿਹਾ ਪੜ੍ਹ ਕੇ ਤੇ ਫੇਰ ਅੱਗੇ ਜਿਹੜੀ ਬਾਣੀ ਸ਼ੁਰੂ ਕੀਤੀ ਜਾਵੇ। ਇੱਕ ਓੰਕਾਰ ਥੋੜਾ ਰੁਕ ਕੇ ਫੇਰ ਅੱਗੇ ਅਥ ਬੀਸਵਾਂ ਰਾਮ ਅਵਤਾਰ ਐਂ ਪੜ੍ਹੋ ਜੀ। ਇੱਕ ਓੰਕਾਰ ਅਥ ਬੀਸਵਾਂ ਰਾਮ ਅਵਤਾਰ ਕਥਨੰ। ਚੌਪਈ। ਅਬ ਮੈਂ ਕਹਾਉ ਰਾਮ ਅਵਤਾਰਾ ਜੈਸ ਜਗਤ ਮੋਹ ਕਰਾ ਪਸਾਰਾ। ਬਹੁਤ ਕਾਲ ਬੀਤਤ ਭਇਓ ਜਬੈ ਅਸੁਰਨ ਬੰਸ ਪ੍ਰਗਟ ਭਇਓ ਤਬੈ।
असुर लगे बहु करय विखादा, किन्हू ना तिनय तनक मैं साधा। सकल देव इकट्ठे तब भये, क्षीर समुद्र जह थो तिह गए। ਹਾਂ ਜਿਵੇਂ ਪਾਠ ਹੋਇਆ ਸਕਲ ਦੇਵ ਇਕੱਠੇ ਤਬ ਪਏ, ਸ਼ੁੱਧ ਪਾਠ ਹੋਇਆ ਇਕੱਠੇ ਨਹੀਂ ਕਰਨਾ, ਵੀ ਉੱਤੇ ਜਿਹੜਾ ਕੱਕੇ ਤੇ ਜਰਾ ਕੁ ਵਜਨ ਦੇ ਕੇ ਇਹਨੂੰ ਕੱਸ ਕੇ ਇਕੱਠੇ ਪਾਠ ਕਰਨਾ, ਇਕੱਠੇ ਨਹੀਂ ਕਰਨਾ। ਜਿਵੇਂ ਪਾਠ ਸ਼ੁੱਧ ਹੋਇਆ ਇਸੇ ਪ੍ਰਕਾਰ ਹੀ ਪਾਠ ਨੋਟ ਕਰ ਲਿਆ ਜਾਵੇ। ਸਕਲ ਦੇਵ ਇਕੱਠੇ ਤਬ ਪਏ, क्षीर समुंदर जह थो तेह गए। हाँ चलो जी अगे। बहु चिर बसत भये तेह ठामा, बिसन सहत ब्रह्मा जिह नामा। बार बार ही दुखत पुकारत, कान बरी कल के धुन आरत। तोटक छंद बिसनादक देव लखे, बेमनंग मृद हास करी कल काल तुनंग। हाँ ये पाठ से बेमनंग थोड़ा जिहा बे इनू पच्चर ला के जिवें प्रिंट में छपिया हुंदा, बेमनंग भाव मन तो मन करके डावाडोल हो गए, इस प्रकार बेमनंग थोड़ा जिहा वखरा करके पाठ करना। हाँ जी चलो। बिसनादक देव लखे बेमनंग, मृद हास करी कर काल तुनंग। अवतार तरो रघुनाथ हरंग, चिर राज करो सुख सो अवधंग। बिसनेस तुणंग सुण ब्रह्म मुखंग, अब शुद्ध चली रघुवंश कथंग। जो पै छोर कथा कव याह रड़ाय, इन बातन को एक ग्रंथ बढ़ाय। तेह ते कही थोरिया बीन कथा, बल त्वय उपजी बुद्ध मद जथा। ਇਹ ਪਹਿਲਾਂ ਬੇਨਤੀ ਕਰਦੀ ਸੀ ਵੀ ਕੁਸੁਮਵਾਰ ਨੇ ਜਿਹੜੇ ਅੰਸ਼ ਲਏ ਹੋਏ ਨੇ ਸੰਪੂਰਨ ਤੌਰ ਤੇ ਨਹੀਂ, ਕਿਉਂਕਿ ਜੋ ਲੋੜੀ ਦੀ ਸੀ ਕਥਾ ਮਹਾਰਾਜ ਨੇ ਉਹ ਚੁਣ ਰੱਖੀ, ਤੇ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਨੇ ਮੁੱਖ ਵਾਕ ਫਰਮਾਨ ਕਰ ਦਿੱਤਾ, ਤਿਹ ਤੇ ਕਹੀ ਹੈ ਥੋਰੀ ਹੈ ਬੀਨ ਕਥਾ। ਬੀਨ ਭਾਵ ਚੁਣ ਕੇ ਕਥਾ ਕਹੀ ਹੈ। ਹਾਂਜੀ। तेह ते कही थोरिया बीन कथा, बल त्वय उपजी बुद्ध मद जथा। ਕਥਾ ਜਥਾ ਇਹ ਪਾਠ ਪੋਲੇ ਜਿਸ ਪ੍ਰਕਾਰ ਆਪਾਂ ਨੇ ਸਰਵਣ ਕੀਤੇ ਆ, ਇਹ ਆਪਾਂ ਇਸੇ ਪ੍ਰਕਾਰ ਹੀ ਧਿਆਨ ਰੱਖਣਾ ਉਚਾਰਨ ਦਾ। ਹਾਂਜੀ। जह भूल भई हम ते लहियो, सो कबो तह अक्षर बना कहियो। रग राज भयो रघुवंश मणं, जिह राज करियो पुर औध कणं। सोऊ काल जिणियो नृप राज जबं, भू राज करियो अज राज तबं। अज राज हणियो जब काल बली, सो नृपत कथा दशरथ चली। चिर राज ਇਹਨਾਂ ਦਾ ਵਡੇਰਾ ਸੀ ਰਘੂ ਰਾਜਾ ਹੋਇਆ, ਰਗ ਰਾਜ ਉਹਦਾ ਪੁੱਤਰ ਹੋਇਆ। ਅੱਗੇ ਫਿਰ ਅੱਜ ਸਰੋਵੈ ਭਿਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ, ਗੁਰਬਾਣੀ ਦਾ ਪਾਵਨ ਮੁੱਖ ਵਾਕ ਹੈ। ਸੋ ਇਹ ਕਥਾ ਲੰਬੇਰੀ ਹੈ, ਸੋ ਇਸ਼ਾਰੇ ਮਾਤਰ ਸਮਝ ਲੈਣਾ, ਸਿਆਣੇ ਸਮਝ ਜਾਣਗੇ। ਉਹਦਾ ਰਗ ਰਾਜ ਦਾ ਅੱਗੇ ਅਜ ਰਾਜ ਹੋਇਆ, ਅਜ ਰਾਜ ਦਾ ਅੱਗੇ ਫਿਰ ਦਸ਼ਰਥ ਪੁੱਤਰ ਹੋਇਆ। ਦਸ਼ਰਥ ਤੇ ਰਾਮਚੰਦਰ, ਇਸ ਪ੍ਰਕਾਰ ਇਹ ਫਿਰ ਸਾਰੀ ਲੜੀ ਚੱਲ ਜਾਂਦੀ ਆ। ਹਾਂਜੀ ਅੱਗੇ ਸਰਵਣ ਕਰੀਏ, ਨਾਲ ਦਰਸ਼ਨਦਾਰੇ ਕਰੀ ਚਲੀਏ। अज राज हणियो जब काल बली, सो नृपत कथा दशरथ चली। चिर राज करो सुख सौ अवधं, मृग मार बिहार बनंग सो प्रभं। जग धर्म कथा प्रचुरी तब ते, सो मित्रेश महीप भयो जब ते। दिन रैण बनैसन बीच फिरै, मृग राज करी मृग नेत हरै। एह भांत कथा ओह ठौर भई, अब राम जया पर बात गई। कोहड़ाम जहाँ सुनियै सहरंग, तह कौशल राज निरपेश बरंग। अब राम जया पर बात गई। जया पाठ करना जिस प्रकार ਆਪਾਂ ਨੇ ਸਰਵਣ ਕੀਤਾ। जया ਹੁੰਦਾ ਜਨਨੀ, ਜਨਮ ਦੇਣ ਵਾਲੀ ਮਾਤਾ,
ਜੋ ਰਾਮਚੰਦਰ ਜੀ ਦੀ ਮਾਤਾ ਹੈ, ਕਹਿੰਦੇ ਉਹਦੀ ਗੱਲ ਕਰਦੇ ਅਸੀਂ। ਹੁਣ ਅੱਗੇ ਰਾਮਚੰਦਰ ਜੀ ਦੀ ਜਨਮਦਾਤੀ ਕੁਸਲਿਆ ਦੀ ਗੱਲ ਕਰਦੇ ਹਾਂ, ਤੇ ਉਹਦਾ ਅੱਗੇ ਮਾਤਾ ਜਦੋਂ ਸ਼ਹਿਰ ਹੈ ਜਿੱਥੋਂ ਦੀ ਸੀ ਮਾਤਾ, ਕੋਹੜਾਮ ਜਹਾਂ ਸੁਣੀਐ ਸਹਿਰੰਗ। ਰਾਮ ਜਇਆ ਇਹ ਕੁਸ਼ਲਿਆ, ਰਾਮਚੰਦਰ ਦੀ ਮਾਤਾ ਕੋਹੜਾਮ ਸ਼ਹਿਰ, ਜੋ ਸਾਧ ਸੰਗਤ ਜੀ ਘਾਗਰਾ ਤੇ ਸਰਜੂ ਨਦੀ ਦੇ ਮੱਧ ਵਿੱਚ, ਇਹ ਸਾਡੇ ਪਹਿਲਾਂ ਪੰਜਾਬ ਵਿੱਚ ਸੀ, ਹੁਣ ਜਰਾ ਕਿ ਹਰਿਆਣੇ ਵਿੱਚ ਜਾੜਾ ਕੋਹੜਾਮ। ਤੇ ਪਟਿਆਲੇ ਤੋਂ ਪਰੇ ਮੇਰਾ ਖਿਆਲ ਕੋਈ ਪੈ ਜਾਂਦਾ 32-34 ਕਿਲੋਮੀਟਰ। ਦਰਸ਼ਨਦਾਰੇ ਵੀ ਇੱਥੇ ਕਰੇ। ਇਹ ਹੀ ਭੀਖਣ ਸ਼ਾਹ ਜੋ ਸਾਈਂ ਜੀ ਹੋਏ, ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨਦਾਰੇ ਕੀਤੇ ਸਨ, ਉਹਨਾਂ ਦਾ ਸਥਾਨ ਹੈ। ਬੜਾ ਸੋਹਣਾ ਸਥਾਨ ਆ। ਇੱਥੇ ਹੀ ਰਾਮਚੰਦਰ ਜੀ ਦੇ ਨਾਨਕੇ ਸਨ, ਕੋਹੜਾਮ ਸ਼ਹਿਰ। ਇਹ ਬੇਨਤੀ ਕਰਦਾ ਮੈਂ, ਉੱਥੋਂ ਦੇ ਲੋਕਾਂ ਨੇ ਦੱਸਿਆ ਜੋ ਦਰਸ਼ਨਦਾਰੇ ਕਰਨ ਗਏ ਸਾਂ 2015 ਦੇ ਵਿੱਚ ਪਾਠ ਬੋਧ ਸਮਾਗਮ ਪਟਿਆਲੇ ਸੀ, ਦੂਖਨਿਵਾਰਨ ਸਾਹਿਬ ਵਿਖੇ। ਉੱਥੋਂ ਸਾਰਾ ਜੱਥਾ ਛੁੱਟੀ ਵਾਲੇ ਦਿਨ ਗਏ ਸਾਂ। ਦਾਸ ਨਾਲ ਸੀ, ਨਾਲ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ, ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ, ਜਸਵਿੰਦਰ ਸਿੰਘ ਜੀ ਨਿਰਮਲੇ ਮਹਾਂਪੁਰਸ਼ ਗੁਰਮੁਖ ਪਿਆਰੇ, ਨਾਲ ਗਿਆਨੀ ਬਲਵਿੰਦਰਪਾਲ ਸਿੰਘ ਜੀ ਬੁੱਟਰ ਜੋ ਟਕਸਾਲ ਦੇ ਵਿਦਵਾਨ ਨੇ, ਨਾਲ ਉਹਨਾਂ ਦੇ ਹੋਰ ਭਾਈ ਸੁਖਦੇਵ ਸਿੰਘ ਤੇ ਹੋਰ ਵਿਦਿਆਰਥੀ, ਤੇ ਨਾਲ ਸਨ ਉਹ ਆਪਣੇ ਸੰਤ ਤ੍ਰਿਪੜੀ ਵਾਲੇ, ਪਟਿਆਲੇ 'ਚ ਤ੍ਰਿਪੜੀ ਆ, ਸੰਤ ਨਾਨਕਸਰ ਕੁਟੀਆ, ਸੰਤ ਹਰਚਰਨ ਸਿੰਘ ਜੀ। ਇਹ ਸਾਰੇ ਉਸ ਸਾਈਂ ਜੀ ਦੇ ਪਾਵਨ ਸਥਾਨ ਜੋ ਸਾਈਂ ਭੀਖਣ ਸ਼ਾਹ ਜੀ ਦਾ ਸਥਾਨ ਸੀ, ਉੱਥੇ ਦਰਸ਼ਨਦਾਰੇ ਕਰਨ ਗਏ ਸਾਂ। ਉਦੋਂ ਇਹ ਕੋਹੜਾਮ ਪਿੰਡ ਵਿੱਚ ਗਏ, ਤੇ ਉਹਨਾਂ ਉੱਥੋਂ ਦੇ ਰਹਿਣ ਵਾਲਿਆਂ ਨੇ ਦੱਸਿਆ ਸੀ, ਇੱਕ ਤਾਂ ਸਾਈਂ ਦੇ ਜਿਹਦਾ ਪਾਵਨ ਸਥਾਨ ਸੀ ਉਹਦੇ ਬਾਰੇ ਜਾਣਕਾਰੀ ਉਹਨਾਂ ਨੇ ਸਾਨੂੰ ਹਾਸਲ ਕਰਵਾਈ, ਤੇ ਦੂਸਰਾ ਜੋ ਰਾਮਚੰਦਰ ਜੀ ਦੇ ਨਾਨਕੇ ਸਨ, ਉਹ ਲੋਕ ਦੱਸਦੇ ਸਨ ਵੀ ਇਹਦਾ ਨਾਂ ਪਿੰਡ ਪਹਿਲਾਂ ਸੀ ਕੋਹਰਾਮ ਨਾਮ ਉਸ ਪਿੰਡ ਦਾ। ਫਿਰ ਇਹਨਾਂ ਨੇ ਉਹ ਜਿਹੜੇ ਮੁਗਲ ਰਾਜ ਸੀ ਉਸ ਸਮੇਂ, ਉਹਨੇ ਕੋਹਰਾਮ ਵੀ ਰਾਮ ਦਾ ਨਾਂ ਹੀ ਨਾ ਲਿਆ ਜਾਵੇ, ਉਹ ਕਹਿੰਦੇ ਕੋਹੜਾਮ ਕਹਿਣ ਲੱਗਾ, ਕੋਹੜਾਮ ਉਲਟਾ ਵਿਗਾੜ ਕੇ ਨਾਮ ਉਹ ਧਰਤਾ। ਤੇ ਹੁਣ ਤਾਂ ਇਹ ਨਾਮ ਫਿਰ ਪ੍ਰਚਲਿਤ ਉਹੀ ਆ, ਹੁਣ ਕੋਹੜਾਮ ਕਹਿੰਦੇ ਇਹਨੂੰ। ਹੁਣ ਤੁਸੀਂ ਪਟਿਆਲੇ ਤੋਂ ਜਾਓ ਅੱਗੇ, ਜਿੱਥੇ ਬੋਰਡ ਲੱਗਾ ਕੋਹੜਾਮ ਲਿਖਿਆ, ਕੋਹੜਾਮ, ਤੇ ਉਹ ਰਾਮਚੰਦਰ ਜੀ ਦਾ ਨਾਨਕਾ ਪਿੰਡ ਹੈ। ਮਾਤਾ ਕੁਸ਼ਲਿਆ ਜੀ ਦਾ ਪੇਕਾ ਪਿੰਡ ਹੈ। ਜਦੋਂ ਦਸ਼ਰਥ ਜੀ ਵਿਆਹੁਣ ਆਏ ਨੇ, ਤੇ ਜਿੱਥੇ ਬਰਾਤ ਦਾ ਢਕਾਅ ਹੋਇਆ ਸੀ, ਉੱਥੇ ਵੀ ਬੋਲੀ ਬਣੀ ਹੋਈ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਦੂਸਰੀ ਵਾਰ ਸਾਈਂ ਜੀ ਨੂੰ ਮਿਲਣ ਆਏ ਭੀਖਣ ਸ਼ਾਹ ਜੀ ਨੂੰ, ਉਹਦੀ ਇੱਛਾ ਸੀ ਮੈਨੂੰ ਦਰਸ਼ਨਦਾਰੇ ਫਿਰ ਬਖਸ਼ਿਓ ਮਹਾਰਾਜ। ਪਹਿਲਾਂ ਪਟਨੇ ਸਾਹਿਬ ਦਰਸ਼ਨਦਾਰੇ ਕੀਤੇ ਨੇ ਭੀਖਣ ਸ਼ਾਹ ਜੀ ਦੇ। ਭੀਖਣ ਸ਼ਾਹ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਬਾਲ ਸਰੂਪ ਸਮੇਂ, ਫਿਰ ਮਹਾਰਾਜ ਦੀ ਉਦੋਂ ਉਮਰ ਕੋਈ 35 ਸਾਲ ਦੇ ਲਗਭਗ ਸੀ, ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਕੋਹੜਾਮ ਆਪ ਦਰਸ਼ਨਦਾਰੇ ਬਖਸ਼ਿਸ਼ ਕਰਨ ਗਏ ਨੇ ਸਾਈਂ ਭੀਖਣ ਸ਼ਾਹ ਜੀ ਨੂੰ। ਉਹ ਜਗ੍ਹਾ ਕੋਹੜਾਮ ਪਿੰਡ ਹੈ ਜੀ, ਉਹਦਾ ਜ਼ਿਕਰ ਹੈ ਆ ਰਿਹਾ। ਹਾਂ ਜੀ, ਫੇਰ ਪੜੋ ਜੀ। ਕੋਹੜਾਮ ਜਹਾਂ ਸੁਣੀਐ ਸਹਿਰੰਗ, ਕੋਹੜਾਮ ਜਹਾਂ ਸੁਣੀਐ ਸਹਿਰੰਗ, ਤਹ ਕੌਸਲ ਰਾਜ ਨਿਰਪੇਸ ਬਰੰ। ਉਪਜੀ ਤਹ ਧਾਮ ਸੁਤਾ ਕੁਸਲੰ, ਜਿਹ ਜੀਤ ਲਈ ਸਸ ਅੰਸ ਕਲੰ। ਜਬ ਹੀ ਸੁਧ ਪਾਏ ਸੁਯੰਬਰ ਕਰਿਓ, ਅਵਧੇਸ ਨਰੇਸਹਿ ਚੀਨ ਬਰਿਓ। ਪੁਨ ਸੈਨ ਸੁਮਿਤਰ ਨਰੇਸ ਵਰੰ, ਜਿਹ ਜੁਧ ਲੀਏ ਮਦਰ ਦੇਸ ਹਰੰ। ਸੋ ਮਿਤਰਾ ਤਿਹ ਧਾਮ ਭਈ ਦੁਹਿਤਾ, ਜਿਹ ਜੀਤ ਲਈ ਸਸ ਸੂਰ ਪ੍ਰਭਾਵ। ਦੂਸਰੀ ਜੋ ਰਾਣੀ ਸੀ, ਪਹਿਲਾਂ ਕੁਸ਼ਲਿਆ ਸੀ ਦਸ਼ਰਥ ਦੀ ਰਾਣੀ, ਫਿਰ ਸੁਮਿਤਰਾ, ਅੱਗੇ ਅੱਗੇ ਨਾਮ ਆਏਗਾ, ਉਹ ਵੀ ਸਰਵਣ ਕਰਦੇ। ਹਾਂਜੀ, ਫਿਰ ਹੋਰ ਬੇਨਤੀ ਕਰਾਂਗੇ। ਹਾਂਜੀ। ਸੋ ਬਾਰ ਸੁਬੁੱਧ ਭਈ ਜਬ ਹੀ, ਅਵਧੇਸਹਿ ਚੀਨ ਬਰਿਓ ਤਬ ਹੀ। ਗਨ ਯਾਹ ਭਣੋ ਕਸਟਵਾਰ ਨ੍ਰਿਪੰ, ਜਿਹ ਕੇ ਕਈ ਧਾਮ ਸੁਤਾ ਸੋ ਪ੍ਰਭੰ। ਅਗਲੀ ਕੇ ਕਈ
ਆ ਰਹੀ ਆ, ਉਹਦੇ ਬਾਰੇ ਆਇਆ ਵੀ ਇਹ ਤਿੰਨੇ ਰਾਣੀਆਂ ਸਨ ਦਸ਼ਰਥ ਦੀਆਂ, ਰਾਜੇ ਦੀਆਂ, ਜੋ ਰਾਮਚੰਦਰ ਜੀ ਦੇ ਪਿਤਾ ਜੀ ਸਨ। ਜਿਹ ਕੇਕਈ ਧਾਮ ਸੁਤਾ ਸੋ ਪ੍ਰਭੰਗ। ਸੋ ਕੇਕਈ ਵਾਹਿਗੁਰੂ। ਕੁਸ਼ਲਿਆ ਬਾਰੇ ਤਾਂ ਆਪਾਂ ਨੇ ਸਰਵਣ ਕਰ ਲਿਆ ਵੀ ਕੁਸ਼ਲਿਆ ਮਾਤਾ ਕੁੜਾਮ ਸ਼ਹਿਰ ਦੀ ਸੀ। ਅੱਗੇ ਸੁਮਿਤਰਾ ਬਾਰੇ ਆ। ਸੁਮਿਤਰਾ ਸੈਨ ਰਾਜੇ ਦੀ ਪੁੱਤਰੀ ਸੀ, ਜਿਸ ਰਾਜੇ ਨੇ ਯੁੱਧ ਕਰਕੇ ਪੰਜਾਬ ਜਿੱਤ ਲਿਆ ਸੀ, ਉਹ ਸੁਮਿਤਰਾ ਹੈ। ਤੇ ਅੱਗੇ ਆ ਜਿਹੜੇ ਕੇਕਈ ਬਾਰੇ ਆ ਰਿਹਾ, ਇਹ ਕਸ਼ਟਵਾਰ ਆ ਰਿਹਾ। ਕਸ਼ਟਵਾਰ ਕਸ਼ਮੀਰ ਦੇ ਚੜ੍ਹਦੇ ਵਾਲੇ ਇੱਕ ਰਿਆਸਤ ਸੀ, ਜਿੱਥੋਂ ਦੇ ਰਾਜੇ ਦੀ ਇਹ ਪੁੱਤਰੀ ਕੇਕਈ ਸੀਗੀ ਜੀ। ਹਾਂਜੀ। ਇਨ ਤੇ ਗ੍ਰਹਿ ਮੋ ਸੁਤ ਜਉਨ ਬੀਓ, ਤਬ ਬੈਠ ਨਰੇਸ ਵਿਚਾਰ ਕੀਓ। ਤਬ ਕੇ ਕਈ ਨਾਰ ਵਿਚਾਰ ਕਰੀ, ਜਿਹ ਤੇ ਸਸ ਸੂਰਜ ਸੋਭ ਧਰੀ। ਤੇਹ ਵਿਆਹਤ ਮਾਂਗ ਲਏ ਦੋ ਬਰੰ, ਜਿਹ ਤੇ ਅਵਧੇਸ ਕੇ ਪ੍ਰਾਣ ਹਰੰ। ਸਮਝੀ ਨਾ ਨਰੇਸਰ ਬਾਤ ਹੀਏ, ਤਬ ਹੀ ਤਹ ਕੋ ਬਰ ਦੋਏ ਦੀਏ। ਪੁਨ ਦੇਵ ਅਦੇਵਨ ਜੁਧ ਪਰੋ, ਜਹ ਜੁਧ ਕਣੋ ਨ੍ਰਿਪ ਆਪ ਕਰੋ। ਹੱਥ ਸਾਰਥੀ ਸਿਅੰਦਨ ਨਾਰ ਹੱਕਿਓ, ਯਹ ਕੌਤਕ ਦੇਖ ਨਰੇਸ ਚਕਿਓ। ਠੀਕ ਆ। ਹੱਕਿਓ ਚੱਕਿਓ ਹੈਰਾਨ ਹੋ ਗਿਆ, ਤੇ ਹੱਕਿਓ ਕੱਸ ਕੇ ਪਾਠ ਕਰਨਾ। ਜਿਵੇਂ ਸਿੰਦਨ ਚਾਰ ਘੋੜੇ ਲੱਗੇ ਹੁੰਦੇ ਨੇ ਰਥ ਨੂੰ, ਉਹ ਕੇਕਈ ਨੇ ਰਥ ਹੱਕਿਆ ਸੀ। ਜਿਹੜਾ ਰਥਵਾਈ ਸੀਗਾ, ਰਥ ਚਲਾਉਣ ਵਾਲਾ, ਰਥਵਾਈ ਕਹਿੰਦੇ ਸੀ ਡਰਾਈਵਰ, ਜਿਵੇਂ ਕਹਿੰਦੇ ਗੱਡੀਆਂ ਦੇ, ਉਹ ਜੰਗ ਵਿੱਚ ਮਾਰਿਆ ਗਿਆ। ਫਿਰ ਕੇਕਈ ਨੇ ਇਹ ਰਥ ਨੂੰ ਚਲਾਇਆ ਸੀ, ਘੋੜਿਆਂ ਨੂੰ ਹੱਕਿਆ ਸੀ ਛਾਂਟੇ ਲੈ ਕੇ। ਇਹ ਕੌਤਕ ਨੂੰ ਦੇਖ ਕੇ ਜਿਹੜਾ ਰਾਜਾ ਦਸ਼ਰਥ ਬੜਾ ਉਹ ਹੈਰਾਨ ਹੀ ਹੋ ਗਿਆ ਵੀ ਇਹ ਤਾਂ ਮੇਰੇ ਨੇ ਜਿੱਤੀ ਕਰਵਾ ਦਿੱਤੀ ਆ। ਤੇ ਫੇਰ ਹੀ ਉਹਨੇ ਕਿਹਾ ਵੀ ਕੀ ਮੰਗਦੀ ਤੂੰ? ਕਹਿੰਦੀ ਮੈਨੂੰ 2 ਵਰ ਦੇ ਦੇ ਬਸ, ਜਦੋਂ ਮੇਰਾ ਜੀ ਕਰਿਆ ਮੈਂ 2 ਵਰ ਤੇਰੇ ਕੋਲੋਂ ਲੈ ਲਾਂਗੀ। ਤਾਂ ਉਹ 2 ਵਰ ਦੇ ਦਿੱਤੇ ਸਨ। ਅੱਗੇ ਫਿਰ ਨਾਲ ਨਾਲ ਕਥਾ ਆਏਗੀ। ਤੋ ਕਥਾ ਤਾਂ ਆਪਾਂ ਨਹੀਂ ਕਰਨੀ, ਕਿਤੇ ਕਿਤੇ ਹੋਇਆ ਤਾਂ ਦਰਸ਼ਨ ਦਿਦਾਰੇ ਉਹਦੇ ਕਰ ਲਾਂਗੇ, ਵਿਚਾਰ ਕੀਤੀ ਜਾਵੇਗੀ। ਹਾਂਜੀ। ਹੱਥ ਸਾਰਥੀ ਸਿਅੰਦਨ ਨਾਰ ਹੱਕਿਓ, ਯਹ ਕੌਤਕ ਦੇਖ ਨਰੇਸ ਚਕਿਓ। ਪੁਨ ਰੀਜ ਦਏ ਦੋ ਤੀਹ ਬਰੰ, ਚਿਤ ਮੋ ਸੋ ਵਿਚਾਰ ਕਛੂ ਨਾ ਕਰੰ। ਕਹੀ ਨਾਟਕ ਮਦ ਚਰਿਤ੍ਰ ਕਥਾ, ਜੈ ਦੀਨ ਸੁਰੇਸ ਨਰੇਸ ਜਥਾ। ਇਹ ਕਥਾ ਜਥਾ ਇਹ ਵੀ ਪੋਲੇ ਪੋਲੇ ਪਾਠ ਕਰਨੇ ਆ। ਇਥੇ ਜਥੇ ਤੋਂ ਭਾਵ ਜੱਥੇ ਦਾ ਭਾਵ ਨਹੀਂ ਹੁੰਦਾ। ਇੱਕ ਸਾਡਾ ਟੋਲਾ ਜੱਥਾ ਜਾਂ ਮੰਡਲੀ ਤੋਂ ਭਾਵ ਨਹੀਂ। ਇੱਥੇ ਇੰਦਰਾਜੇ ਨੂੰ ਜਿਸ ਤਰ੍ਹਾਂ ਰਾਜੇ ਦਸ਼ਰਥ ਨੇ ਦੈਂਤਾਂ ਤੋਂ ਬਚਾ ਲਿਆ, ਜਿਸ ਪ੍ਰਕਾਰ ਜਥਾ ਸ਼ਕਤ, ਉਹਦਾ ਇਹ ਭਾਵ ਜਥਾ ਸ਼ਕਤ। ਹਾਂਜੀ। ਅਰ ਜਿਤੀ ਏਕ ਅਨੇਕ ਵਿਦੰ, ਸਭ ਕਾਜ ਨਰੇਸਵਰ ਕੀਨ ਸਿਧੰ। ਦਿਨ ਰੈਣ ਬਿਹਾਰਤ ਮਦ ਬਣੰ, ਜਲ ਲੈਨ ਦਿਜਾਏ ਤਹਾਂ ਸ਼ਰਵਣੰ। ਦਿਜ ਆਏ, ਦਿਜ ਆਏ, ਦਿਜ ਆਏ, ਦਿਜ ਪੰਡਤ ਆਏ, ਉੱਥੇ ਆਏਗਾ ਸ਼ਰਵਣ। ਦਿਜ ਆਏ ਇਹਨੂੰ ਕਰਨਾ ਜਰਾ ਥੋੜਾ ਪਾਸ। ਜਲ ਲੈਣ ਦਿਜ ਆਏ ਤਹਾਂ ਸ਼ਰਵਣੰ, ਸ਼ਰਵਣ ਦਿਜ ਆਏ। ਉੱਥੇ ਦਿਜ ਭਾਵ ਪੰਡਤ, ਸ਼ਰਵਣ ਜਲ ਲੈਣ ਆਇਆ ਸੀ। ਦਿਜ ਆਏ ਪਾਠ ਕਰਨਾ। ਹਾਂਜੀ। ਜਲ ਲੈਨ ਦਿਜ ਆਏ ਤਹਾਂ ਸ਼ਰਵਣੰ, ਪਿਤ ਮਾਤ ਤਜੇ ਦੋ ਅੰਧ ਭੁਅੰ। ਗਹਿ ਪ੍ਰਾਤ ਚਲਿਓ ਜਲ ਲੈਨ ਸੁਅੰ, ਮਨ ਨੋਦਿਤ ਕਾਲ ਸਿਧਾਰ ਤਹਾਂ। ਨ੍ਰਿਪ ਬੈਠ ਪਤੌਵਨ ਬਾਂਧ ਜਹਾਂ, ਭਵਕੰਤ ਕਟਹੰ ਅਤਨਾਦ ਹੁਅੰ। ਧੁਨ ਕਾਨ ਪਰੀ ਅਜਰਾਜ ਸੁਅੰ, ਗਹਿ ਪਾਣ ਸੋ ਬਾਣ ਹੈ ਤਾਨ ਧਨੰ। ਮ੍ਰਿਗ ਜਾਣ ਦਿਜੰ ਸਰ ਸੁਧ ਹਨੰ, ਘਿਰ ਗਇਓ ਸੋ ਲੱਗੇ ਸਰ ਸੁਧ ਮੁਨੰ। ਨਿਸਰੀ ਮੁਖ ਤੇ ਹਕਾਰ ਤੁਨੰ, ਮ੍ਰਿਗ ਨਾਤ ਕਹਾਉ ਨ੍ਰਿਪ ਜਾਏ ਲਹੈ। ਦਿਜ ਦੇਖ ਦੋਊ ਕਰ ਦਾਂਤ ਗਹੈ। 'ਚ। '। 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 '. 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
ਕਛ ਪ੍ਰਾਨ ਰਹੇ ਤਿਹ ਮਦ ਤਨੰ ਨਿਕਰੰਤ ਕਹਾ ਜੀ ਬਿਪ ਨ੍ਰਿਪੰ ਮੁਰ ਤਾਤ ਰੋ ਮਾਤ ਨਿਰਚਛ ਪਰੇ ਤਿਹ ਪਾਣ ਪਿਆਏ ਨਿਰਪਾਦ ਮਰੇ ਪਾਦੜੀ ਛੰਦ ਬਿਨ ਚਛ ਭੂਪ ਦੋ ਤਾਤ ਮਾਤ ਤਿਨ ਦੇਹ ਪਾਨ ਤੁਹ ਕਹੋ ਬਾਤ ਮਮ ਕਥਾ ਨਾ ਤਿਨ ਕਹੀਓ ਪ੍ਰਵੀਨ ਸੁਨ ਮਰਿਓ ਪੁੱਤਰ ਤੇਊ ਹੋਹਿ ਸ਼ੀਨ ਇਹ ਭਾਂਤ ਜਬੈ ਦਿਜ ਕਹੈ ਬੈਨ ਜਲ ਸੁਨਤ ਭੂਪ ਚੁਐ ਚੱਲੇ ਨੈਨ ਤ੍ਰਿਗ ਮੋਹ ਜਿਨ ਸੋ ਕੀਨੋ ਕੋ ਕਰਮ ਹੱਥ ਭਇਓ ਰਾਜ ਅਰ ਗਇਓ ਧਰਮ ਜਬ ਲਇਓ ਭੂਪ ਤਿਹ ਸਰ ਨਿਕਾਰ ਤਬ ਤਜੇ ਪ੍ਰਾਣ ਮੁਨ ਵਰ ਉਦਾਰ ਪੁਨ ਭਇਓ ਰਾਵ ਮਨ ਮੈਂ ਉਦਾਸ ਗ੍ਰਹਿ ਪਲਟ ਜਾਨ ਕੀ ਤਜੀ ਆਸ ਜੀ ਠਟੀ ਕੇ ਧਾਰੋ ਜੋਗ ਭੇਸ ਕਹੂੰ ਬਸਉ ਜਾਏ ਬਨ ਤਿਆਗ ਦੇਸ ਕਿਹ ਕਾਜ ਮੋਰ ਯਹ ਰਾਜ ਕਹੂੰ ਬਸੋ ਜਾਏ ਬਨ ਕਿਤੇ ਬਨ ਵਿੱਚ ਜਾ ਕੇ ਵਸਾਂ ਤਿਆਗ ਦੇਸ ਬਨ ਤੇ ਵਿਸਰਾਮ ਲਾ ਦਈਏ ਕਹੂੰ ਬਸੋ ਜਾਏ ਬਨ ਤਿਆਗ ਦੇਸ ਤਿਆਗ ਦੇਖ ਨੂੰ ਤਿਆਗ ਕੇ ਬਨ ਜੰਗਲਾਂ ਜਾ ਕੇ ਵਾਸਾ ਕਰ ਲਵਾਂ ਬਨ ਤੇ ਵਿਸਰਾਮ ਲਾ ਦਈਏ ਪਿੱਛੇ ਇੱਕ ਵਿਸਰਾਮ ਰਹਿ ਗਿਆ ਸੀ ਮੈਂ ਦੱਸ ਦਿਆਂ ਜਿੱਥੇ ਪਾਦੜੀ ਛੰਦ ਆਰੰਭ ਹੁੰਦਾ 22 ਅੰਕ ਤੋਂ ਪਾਦੜੀ ਛੰਦ ਬਿਨ ਚੱਛ ਭੂਪ ਦਊ ਤਾਤ ਮਾਤ ਚੱਛ ਤੇ ਵਿਸ਼ਰਾਮ ਲੱਗਿਆ ਉੱਥੇ ਉਹ ਤਾਂ ਮੈਨੂੰ ਯਾਦ ਭੁੱਲ ਗਿਆ ਬਿਨ ਚੱਛ ਅੱਖਾਂ ਤੋਂ ਬਿਨਾ ਮੇਰੇ ਮਾਤਾ ਪਿਤਾ ਭੂਪ ਉੱਥੇ ਪਏ ਹਨ ਬਿਨ ਚੱਛ ਭੂਪ ਦਊ ਤਾਤ ਮਾਤ ਬਿਨ ਚੱਛ ਇੱਥੇ ਜਮਕੀ ਲਾ ਕੇ ਭੂਪ ਦਊ ਤਾਤ ਮਾਤ ਹੇ ਰਾਜੇ ਅੱਖਾਂ ਤੋਂ ਅੰਧਲੇ ਮੇਰੇ ਮਾਤਾ ਪਿਤਾ ਦੋ ਉੱਥੇ ਪਏ ਹਨ ਉੱਥੇ ਨੇ ਉਹਨਾਂ ਨੂੰ ਪਾਣੀ ਦੇ ਦੇ ਜਾ ਕੇ ਉਹ ਸੀ ਚੱਛ ਤੇ ਜਮਕ ਲਾ ਕੇ ਭੂਪ ਦੇ ਵਿਸਰਾਮ ਬਿਨ ਚੱਛ ਭੂਪ ਦੋ ਤਾਤ ਮਾਤ ਇਹ ਵਿਸਰਾਮ ਨੋਟ ਕਰ ਲੈਣਾ ਤੇ ਆ ਜਿਹੜਾ ਹੁਣੇ ਦੱਸਿਆ ਸੀਗਾ ਹਾਂਜੀ ਜੀ ਠਟੀ ਕੇ ਧਾਰੋ ਜੋਗ ਭੇਸ ਕਹੂੰ ਬਸੋ ਜਾਏ ਬਨ ਤਿਆਗ ਦੇਸ ਹਾਂਜੀ ਕਿਹ ਕਾਜ ਮੋਰ ਯਹ ਰਾਜ ਸਾਜ ਦਿਜ ਮਾਰ ਕੀਓ ਜਿਨ ਅਸ ਕੁਕਾਜ ਇਹ ਭਾਂਤ ਕਹੀ ਪੁਨ ਨਿਰਪ ਪ੍ਰਬੀਨ ਸਭ ਜਗਤ ਕਾਲ ਕਰ ਮੈਂ ਅਧੀਨ ਅਬ ਕਰੋ ਕਛੂ ਐਸੋ ਉਪਾਏ ਜਾਤੇ ਸੋ ਬਚਾਏ ਤਿਹ ਤਾਤ ਮਾਏ ਪਰ ਲਿਓ ਕੁੰਭ ਸਿਰ ਪੈ ਉਠਾਏ ਤਹ ਗਇਓ ਜਹਾ ਦਿਜ ਤਾਤ ਮਾਏ ਜਬ ਗਇਓ ਨਿਕਟ ਤਿਨ ਕੇ ਸੋ ਧਾਰ ਨਿਕਟ ਤੇ ਵਿਸਰਾਮ ਲਾਓ ਜਬ ਗਇਓ ਨਿਕਟ ਤਿਨ ਕੇ ਸੋ ਧਾਰ ਜਬ ਗਇਓ ਨਿਕਟ ਤਿਨ ਕੇ ਸੋ ਧਾਰ ਤਬ ਲਖੀ ਦੁਹੂ ਤਿਹ ਪਾਵ ਚਾਰ ਤਾਂ ਤਬ ਲਖੀ ਦੁਹੂ ਤਿਹ ਪਾਵ ਚਾਰ ਉਹਨੇ ਪਾਵ ਪੈਰਾਂ ਦੀ ਚਾਲ ਜਾਣ ਗਏ ਜੋ ਨੇਤਰਹੀਣ ਹੁੰਦੇ ਇਹਨਾਂ ਨੂੰ ਬੜੀ ਸੋਝੀ ਹੁੰਦੀ ਆ ਤੇ ਉਹ ਚਾਲ ਤੋਂ ਹੀ ਵੇਖ ਲੈਂਦੇ ਵੀ ਕੌਣ ਬੰਦਾ ਆ ਗਿਆ ਜੇ ਹੱਥ ਨਾਲ ਹੱਥ ਛੂਹ ਲੈਣ ਤਾਂ ਫਿਰ ਤਾਂ ਉਹਨਾਂ ਨੂੰ ਜ਼ਿਆਦਾ ਹੀ ਮਹਿਸੂਸ ਹੋ ਜਾਂਦਾ ਵੀ ਕੌਣ ਆ ਸਮਝ ਹੀ ਜਾਂਦੇ ਨੇ ਜਦੋਂ ਸਰਵਣ ਤਾਂ ਇਹਦੇ ਹੱਥੋਂ ਮਾਰਿਆ ਗਿਆ ਦਸ਼ਰਥ ਦੇ ਹੱਥੋਂ ਉਹਦੇ ਮਾਤਾ ਪਿਤਾ ਕੋਲੇ ਸਰਵਣ ਦੇ ਕਹਿਣ ਤੇ ਜਦੋਂ ਪਾਣੀ ਲੈ ਕੇ ਗਿਆ ਅੰਦਲਾ ਅੰਦਲੀ ਜੋ ਦੋ ਸਨ ਜੋ ਤੇ ਉਹ ਹੌਲੀ ਹੌਲੀ ਜਾਂਦਾ ਜਗਦਾ ਸੀ ਨਾ ਜਦੋਂ ਨੇੜੇ ਗਿਆ ਜਬ ਗਏ ਉਹ ਨਿਕਟ ਤਿਨ ਕੇ ਸੋ ਧਾਰ ਤਬ ਲਖੀ ਦੋਹੋਂ ਤੇ ਪਾਵ ਚਾਰ ਉਹਨਾਂ ਦੇ ਪੈਰਾਂ ਦੀ ਚਾਲ ਪਛਾਣ ਗਏ ਵੀ ਇਹ ਸਾਡੇ ਪੁੱਤਰ ਦੀ ਚਾਲ ਤਾਂ ਨਹੀਂ ਹੈ ਤੇ ਫਿਰ ਅੱਗੇ ਕੀ ਕਹਿਣ ਲੱਗੇ ਆ ਸਰਵਣ ਕਰਕੇ ਦਰਸ਼ਨਦਾਰੇ ਕਰਕੇ ਦੇਜ ਬਾਚ ਰਾਜਾ ਸੋ ਕਹਿ ਕਹੋ ਪੁੱਤਰ ਲਾਗੀ ਅਵਾਰ ਸੁਨ ਰਹਿਓ ਮੋਨ ਭੂਪਤ ਉਦਾਰ ਫਿਰ ਕਹਿਓ ਕਾਹੇ ਬੋਲਤ ਨਾ ਪੂਤ ਚੁਪ ਰਹੇ ਰਾਜ ਲਹਿ ਕਹਿ ਕਸੂਤ ਨਰਿਪ ਦਿਓ ਪਾਨ ਤਿਹ ਪਾਨ ਜਾਏ ਚੱਕ ਰਹੇ ਅੰਧ ਤਿਹ ਕਰ ਸੁਹਾਏ ਜਦੋਂ ਪੁੱਛਿਆ ਉਹਨਾਂ ਨੇ ਵੀ ਕੌਣ ਆ ਤੂੰ ਬੋਲਿਆ ਨਹੀਂ ਚਲ ਗਿਆ ਨੇੜੇ ਫਿਰ
ਪੁੱਛਣ ਲੱਗੇ ਪੁੱਤਰ ਤੂੰ ਬੋਲਦਾ ਨਹੀਂ, ਫਿਰ ਕਹਿਓ ਕਾਹੇ ਬੋਲਤ ਨਾ ਪੂਤ, ਪੁੱਤਰ ਤੂੰ ਬੋਲਦਾ ਕਿਉਂ ਨਹੀਂ ਹੈ? ਤੇ ਰਾਜਾ ਚੁੱਪ ਹੋ ਗਿਆ। ਚੁੱਪ ਰਹੇ ਰਾਜ ਲਹਿ ਕੈ ਕਸੂਤ, ਵੀ ਮਾੜੀ ਗੱਲ ਹੋਈ, ਮੈਂ ਬੋਲਾਂ ਕੀ? ਜਦੋਂ ਕੁੰਭ ਜਿਹੜਾ ਘੜਾ ਸੀ ਫੜਾਉਣ ਲੱਗਾ, ਨਿਰਪ ਦਿਓ ਪਾਨ ਤੇ ਪਾਨ ਜਾਏ, ਪਾਣੀ ਉਹਨਾਂ ਦੇ ਹੱਥਾਂ ਵਿੱਚ ਦਿੱਤਾ। ਇੱਕ ਦਾ ਅਰਥ ਹੈਗਾ ਪਾਣੀ, ਇੱਕ ਦਾ ਹੈਗਾ ਹੱਥ। ਨਿਰਪ ਦਿਓ ਪਾਨ, ਵਿਸਰਾਮ ਵੀ ਪਾਨ ਤੇ ਲੱਗਣਾ। ਨਿਰਪ ਦਿਓ ਪਾਨ ਤੇ ਪਾਨ ਜਾਏ, ਜਦੋਂ ਨਿਰਪ ਨੇ ਪਾਣੀ, ਰਾਜੇ ਨੇ ਦਸ਼ਰਥ ਨੇ ਉਹਨੂੰ ਪਾਣੀ ਦਿੱਤਾ, ਉਹਨਾਂ ਦੇ ਹੱਥ ਵਿੱਚ ਫੜਾਇਆ। ਤੇ ਕੀ ਉਹਨੇ ਹੱਥ ਨਾਲ ਹੱਥ ਜਦੋਂ ਛੂਏ, ਟੱਚ ਹੋਏ, ਉਹ ਦੇਖਿਆ ਹੱਥਾਂ ਤੋਂ ਪਛਾਣ ਕੇ ਵੀ ਸਾਡਾ ਪੁੱਤਰ ਨਹੀਂ ਹੈ। ਹਾਂਜੀ। ਨ੍ਰਿਪ ਦਿਓ ਪਾਨ ਤਿਹ ਪਾਨ ਜਾਏ, ਚੱਕ ਰਹੇ ਅੰਧ ਤਿਹ ਕਰ ਸੁਹਾਏ। ਕਰ ਕੋਪ ਕਹਿਓ ਤੂੰ ਆਹੇ ਕੋਏ, ਕਰ ਕੋਪ ਕਹਿਓ ਤੇ ਵਿਸਰਾਮ, ਕਰ ਕੋਪ ਕਹਿਓ ਤੂੰ ਆਹੇ ਕੋਏ, ਤੂੰ ਹੋਰ ਕੋਈ ਆ, ਸਾਡਾ ਪੁੱਤਰ ਨਹੀਂ ਹੈ ਤੂੰ। ਕ੍ਰੋਧ ਨਾ ਬੋਲੇ ਅੰਦਲੀ ਅੰਦਲਾ, ਕਰ ਕੋਪ ਕਹਿਓ, ਕਹਿਓ ਤੇ ਵਿਸਰਾਮ, ਤੂੰ ਆਹੇ ਕੋਏ, ਤੂੰ ਕੋਈ ਹੋਰ ਹੈ। ਇਸ ਪ੍ਰਕਾਰ। ਹਾਂਜੀ। ਕਰ ਕੋਪ ਕਹਿਓ ਤੂੰ ਆਹੇ ਕੋਏ, ਇਮ ਸੁਨਤ ਸ਼ਬਦ ਨ੍ਰਿਪ ਦਇਓ ਰੋਏ। ਰਾਜਾ ਬਾਚ ਦਿਜ ਸੋ ਹਉ ਪੁੱਤਰ ਘਾਤ, ਤਬ ਬ੍ਰਹਮਣੇਸ਼ ਜਿਹ ਹਨਿਓ ਸ਼ਰਵਣ ਤਬ ਸੁਤ ਸੁਦੇਸ਼। ਮੈਂ ਪਰਿਓ ਸਰਣ ਦਸਰਥ ਰਾਏ, ਚਾਹੋ ਸੋ ਕਰੋ ਮੋਹੇ ਵਿਪ ਆਏ। ਰਾਖੈ ਤੋ ਰਾਖ ਮਾਰੈ ਤੋ ਮਾਰ, ਮੈਂ ਪਰਿਓ ਸਰਣ ਤੁਮਰੈ ਦੁਆਰ। ਤਬ ਕਹੀ ਤਿਨੋ ਦਸਰਥ ਰਾਏ, ਬਹੁ ਕਾਸ਼ਟ ਅਗਨ ਦਵੈ ਦੇ ਮੰਗਾਏ। ਇਹ ਵੀ ਬੇਨਤੀ ਕਰ ਦਈਏ, ਇਹ ਗੁਰੂ ਪਾਤਸ਼ਾਹ ਜੀ ਨੇ 24 ਅਵਤਾਰਾਂ ਦਾ ਜੀਵਨ ਲੀਲਾ ਇਹ ਸੰਗ੍ਰਹਿ ਕੀਤਾ ਹੈ। ਸਵਾਲ ਉੱਠਦਾ ਵੀ ਕਿਸ ਲਈ ਕੀਤਾ ਬਈ? ਇਹਦੇ ਉੱਤਰ ਵਿੱਚ ਬੇਨਤੀ ਆ, ਪਹਿਲਾਂ ਤਾਂ ਇਹ ਹੈ ਵੀ ਸਿੰਘਾਂ ਨੂੰ ਅਤੇ ਅਵਤਾਰਾਂ ਦੇ ਸ਼ਰਧਾਲੂਆਂ ਨੂੰ ਉਹਨਾਂ ਦਾ ਇਤਿਹਾਸ ਜਿਹੜਾ ਸੁਣਾਇਆ ਜਾਵੇ, ਜਾਣੂ ਕੀਤਾ ਜਾਵੇ। ਦੂਜੀ ਗੱਲ ਆ ਵੀ ਅਵਤਾਰ ਜਗਤ ਵਿੱਚ ਸੰਸਾਰ ਦੀ ਪ੍ਰਕਿਰਿਆ ਸੁਧਾਰਨ ਲਈ ਆਉਂਦੇ ਰਹਿੰਦੇ ਨੇ। ਉਹਨਾਂ ਦੇ ਜੀਵਨ ਤੋਂ ਕੁਝ ਗੁਣ ਹਾਸਲ ਕਰਕੇ ਜਗਿਆਸੂ ਆਪਣਾ ਜੀਵਨ ਜਿਹੜਾ ਸਫਲਾ ਕਰ ਸਕੇ। ਤੀਜੀ ਗੱਲ ਆ ਵੀ ਉਹਨਾਂ ਦਾ ਬਲ ਦੱਸ ਕੇ ਅਕਾਲ ਪੁਰਖ ਦੇ ਬਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਵਾਹਿਗੁਰੂ ਪੁਰਖ ਅਕਾਲ ਪੁਰਖ ਉਹ ਕਿਤਨਾ ਕੁ ਬਲਵਾਨ ਹੈ, ਜਿਹਨੇ ਇਹਨਾਂ ਨੂੰ ਵੀ ਸ਼ਕਤੀ ਦੇ ਕੇ ਭੇਜਿਆ ਹੈ। ਜਿਹੜੇ ਇਤਨੇ ਬਲਵਾਨ ਆਏ ਨੇ ਅਵਤਾਰ, ਤੇ ਜਿਹੜਾ ਇਹਨਾਂ ਨੂੰ ਭੇਜਣ ਵਾਲਾ ਹੈ ਅਕਾਲ ਪੁਰਖ, ਉਹ ਕਿੰਨੀ ਕੁ ਸ਼ਕਤੀ ਦਾ ਮਾਲਕ ਹੋਵੇਗਾ, ਇਹ ਦੱਸਣ ਦਾ ਭਾਵ ਹੈ। ਅਗਲੀ ਚੌਥੀ ਗੱਲ ਆ ਵੀ ਉਹਨਾਂ ਦਾ ਬਲ ਦਿਖਾ ਕੇ ਦੱਸਣਾ ਕਿ ਅਵਤਾਰ ਨੇ ਕੀ ਕੁਝ ਕੀਤਾ, ਕਿੰਨੇ ਕਿੰਨੇ ਕੌਤਕ ਕੀਤੇ, ਨਾ ਕਰਨ ਵਾਲੇ ਕੰਮ ਵੀ ਕੀਤੇ, ਪਰ ਕਾਲ ਦੇ ਹੱਥੋਂ ਵੀ ਬਚ ਨਾ ਸਕੇ। ਅਗਲੀ ਗੱਲ ਹੈ ਸੰਸਾਰ ਨੂੰ ਅਵਤਾਰ ਤੇ ਉਹਨਾਂ ਦੇ ਵਿਰੋਧੀ ਆਪਣੇ ਬਲ ਨਾਲ ਅਚੰਭਤ ਕਰਨ ਵਾਲੇ 14 ਵਿਦਿਆ ਨਿਧਾਨ ਜਾਂ ਵੇਦਾਂ ਦੇ ਗਿਆਤਾ, ਉੱਡ ਕੇ ਸੰਸਾਰ ਨੂੰ ਗਾਉਣ ਵਾਲੇ, ਤਿੰਨਾਂ ਲੋਕਾਂ ਨੂੰ ਜਿੱਤ ਲੈਣ ਵਾਲੇ, ਇਹ ਪ੍ਰਭੂ ਦਾ ਐਸਾ ਖੇੜਾ ਉਹਨੂੰ ਜਾਣ ਨਹੀਂ ਸਕਦੇ। 4 ਦਿਨ ਦੀਆਂ ਚਮਦੀਆਂ ਚਲਾ ਕੇ ਤੇ ਚਲੇ ਗਏ, ਜੋ ਪਰਮੇਸ਼ਰ ਆ ਉਹਨੂੰ ਜਾਣ ਨਹੀਂ ਸਕਦੇ। ਇਹ ਦੱਸਣ ਦਾ ਪ੍ਰਯੋਜਨ ਹੈ ਮਹਾਰਾਜ ਦਾ ਵੀ ਉਹ ਅਕਾਲ ਪੁਰਖ ਅਗਾਧ ਬੋਧ ਹੈ, ਉਹਦੇ ਵਿੱਚੋਂ ਸ਼ਕਤੀ ਆਈ ਹੋਈ ਹੈ, ਤੇ ਅਸੀਂ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਕਰਨੇ ਨੇ, ਉਹਦੇ ਸ਼ਰਧਾਲੂ ਹੋਣਾ ਹੈ, ਉਹਦੇ ਕੋਲੋਂ ਕਲਾ ਲੈਣੀ, ਜਿਹਨੂੰ ਇਹ ਕਲਾ ਦੇ ਕੇ ਅੱਗੇ ਭੇਜਦਾ ਜਿਨ੍ਹਾਂ ਨੂੰ, ਉਸ ਦੇ ਸ਼ਰਧਾਲੂ ਬਣਨਾ। ਹਾਂਜੀ ਚਲੋ ਜੀ। ਤਬ ਲਿਓ ਅਦਕ ਕਾਸ਼ਟ ਮੰਗਾਏ, ਚੜ ਬੈਠੇ ਤਹਾਂ ਸਲ ਕਉ ਬਨਾਏ। ਚਹੂ ਔਰ ਦਈ ਜਵਾਲਾ ਜਗਾਏ, ਦਿਜ ਜਾਨ ਗਈ ਪਾਵਕ ਸਿਰਾਏ। ਤਬ ਜੋਗ ਆਗਨ ਤਨ ਤੇ ਉਪਰਾਜ, ਦੁਹੂ ਮਰਨ ਜਰਨ ਕੋ ਸਜਿਓ ਸਾਜ। ਤੇ ਭਸਮ ਭਏ ਤਿਹ ਬੀਚ ਆਪ, ਤਿਹ ਕੋਪ ਦੁਹੂ ਨ੍ਰਿਪ ਦਿਓ ਸਰਾਪ। ਧਿਜ ਬਾਚ ਰਾਜਾ ਸੋ, ਜਿਮ ਤਜੇ ਪ੍ਰਾਣ ਹਮ ਸੁਤ ਬਿਸ਼ੋਹ। ਤਿਮ ਲੱਗੋ ਸਰਾਪ ਸੁਨ ਭੂਪ ਤੋਹ,
ਇਮ ਭਾਖ ਜਰਿਓ ਦਿਜ ਸਹਿਤ ਨਾਰ ਤਜ ਦੇਹ ਕੀਓ ਸੁਰਪੁਰ ਬਿਹਾਰ ਰਾਜਾ ਬਾਚ ਤਬ ਚਹੀ ਭੂਪ ਹਉ ਜਰੂੰ ਆਜ ਕੈ ਅਤਿਥ ਹੋਊ ਤਜ ਰਾਜ ਸਾਜ ਕੈ ਗ੍ਰਹਿ ਜੈ ਕੈ ਕਰਹੂੰ ਉਚਾਰ ਮੈਂ ਦਿਜ ਆਇਓ ਨਿਜ ਕਰ ਸੰਘਾਰ। ਜੇ ਕਦੇ ਇਹ ਵੀ ਸਾਨੂੰ ਸਿੱਖਿਆ ਮਿਲ ਜੀ, ਕਦੇ ਪਾਪ ਵੀ ਹੋ ਜਾਂਦਾ ਨਾ, ਇਹ ਸਿੱਖਿਆ ਮਿਲਦੀ ਬਾਣੀ ਚੋਂ। ਜੇ ਕਿਸੇ ਜਗਤ ਸੁਧਾਰਕ ਤੋਂ ਜਾਂ ਕਿਸੇ ਰਾਜੇ ਤੋਂ ਪਾਪ ਹੋ ਜਾਂਦਾ, ਉਹ ਫਿਰ ਬੜੇ ਪਛਤਾਉਂਦੇ ਸਨ। ਇਹ ਰਾਜੇ ਨੂੰ ਉੱਥੇ ਦਸ਼ਰਥ ਨੂੰ ਬੜਾ ਪਛਤਾਵਾ ਲੱਗਿਆ, ਮੈਂ ਹੁਣ ਘਰੇ ਕੀ ਜਾ ਕੇ ਕਰਨਾ ਹੈ, ਮੈਂ ਤਾਂ ਹੁਣ ਜਾਲੀ ਜਾਵਾਂ ਬਸ, ਜਾਂ ਫਕੀਰ ਹੋ ਕੇ ਜੰਗਲਾਂ ਨੂੰ ਨਿਕਲ ਜਾਵਾਂ। ਕੀ ਮੈਂ ਘਰੇ ਜਾ ਕੇ ਕੀ ਦੱਸਾਂਗਾ ਵੀ ਮੈਂ ਆਪਣੇ ਹੱਥਾਂ ਨਾਲ ਇੱਕ ਬਾਹਮਣ ਦਾ ਸੰਘਾਰ ਕਰਕੇ ਆਇਆ। ਜਦੋਂ ਐਸੇ ਉਹਦੇ ਮਨ ਵਿੱਚ ਫੁਰਨੇ ਚੱਲ ਰਹੇ ਸਨ ਤਾਂ ਉਦੋਂ ਫਿਰ ਆਕਾਸ਼ ਬਾਣੀ ਹੋਈ। ਅੱਗੇ ਆ ਰਿਹਾ ਦੇਵ ਬਾਣੀ ਬਾਚ। ਦੇਵ ਤੋਂ ਭਾਵ ਅਕਾਲ ਪੁਰਖ ਹੈ, ਦੇਵਤੇ ਨਹੀਂ, ਉੱਥੋਂ ਦੇਵ ਤੋਂ ਭਾਵ ਅਕਾਲ ਪੁਰਖ। ਹਾਂਜੀ, ਆਕਾਸ਼ ਬਾਣੀ ਹੋਈ। ਆ ਦਰਸ਼ਨ ਦਿਦਾਰੇ ਕਰਦੇ ਆ। ਦੇਵ ਬਾਣੀ ਬਾਚ ਤਬ ਭਈ ਦੇਵ ਬਾਣੀ ਬਨਾਏ ਜਿਨ ਕਰੋ ਦੁਖ ਦਸਰਥ ਰਾਏ ਤਬ ਧਾਮ ਹੋਹੇਗੇ ਪੁੱਤਰ ਬਿਸਨ ਸਭ ਕਾਜ ਆਜ ਸਿੱਧ ਭਏ ਜਿਸਨ ਹਵੈ ਹੈ ਸੋ ਨਾਮ ਹਵੈ ਹੈ ਸੋ ਨਾਮ ਰਾਮਾ ਅਵਤਾਰ ਕਰ ਹੈ ਸੋ ਸਕਲ ਜਗ ਕੋ ਉਧਾਰ ਕਰ ਹੈ ਸੋ ਤਨਕ ਮੈਂ ਦੁਸ਼ਟ ਨਾਸ ਇਹ ਭਾਤ ਕੀਰਤ ਕਰ ਹੈ ਪ੍ਰਕਾਸ਼ ਨਰਾਜ ਛੰਦ ਨ ਚਿੰਤ ਭੂਪ ਚਿਤ ਤਾਮ ਰਾਮ ਰਾਏ ਆਏ ਹੈ ਦੁਰੰਤ ਦੁਸ਼ਟ ਜੀਤ ਕੈ ਸੋ ਜੈਤ ਪੱਤਰ ਪਾਏ ਹੈ ਨਚਿੰਤ ਭੂਪ ਚਿਤ ਧਾਮ ਰਾਮ ਰਾਏ ਆਏ ਹੈ ਦੁਰੰਤ ਦੁਸ਼ਟ ਜੀਤ ਕੈ ਸੋ ਜੈਤ ਪੱਤਰ ਪਾਏ ਹੈ ਖਰਬ ਗਰਭ ਜੀ ਭਰੇ ਸੋ ਸਰਬ ਗਰਭ ਕਾਲ ਕਾਲ ਹੈ ਫਿਰਾਏ ਛਤਰ ਸੀਸ ਪੈ ਛਤੀਸ ਸੋਹਣ ਪਾਲ ਹੈ। ਇਹਨੂੰ ਜਿਹੜੀ ਅਖੀਰਲਾ ਤੁਕਾਂਤ ਨੂੰ ਪੂਰਾ ਵਧਾਉਣਾ ਨਹੀਂ, ਚਲੋ ਸਿਰੇ ਤੋਂ ਸ਼ੁਰੂ ਕਰੋ। ਫਿਰ ਤੁਕਾਂਤ ਨੂੰ ਅਖੀਰਲੇ ਨੂੰ ਇਸ ਛੰਦ ਵਿੱਚ ਵਧਾਉਣਾ ਬਹੁਤਾ ਨਹੀਂ ਹੈ। ਨ ਚਿੰਤ ਭੂਪ ਚਿਤ ਧਾਮ ਰਾਮ ਰਾਏ ਆਏ ਹੈ ਦੁਰੰਤ ਦੁਸ਼ਟ ਜੀਤ ਕੈ ਸੋ ਜੈਤ ਪੱਤਰ ਪਾਏ ਹੈ। ਹਾਂ, ਅਖਰਬ ਗਰਭ ਜੇ ਭਰੇ ਸੋ ਸਰਬ ਗਰਭ ਕਾਲ ਹੈ ਫਿਰ ਆਏ ਛਤਰ ਸੀਸ ਪੈ ਛਤੀਸ ਸੋਹਣ ਪਾਲ ਹੈ ਅਖੰਡ ਖੰਡ ਖੰਡ ਕੈ ਅਡੰਡ ਡੰਡ ਦੰਡ ਹੈ ਅਜੀਤ ਜੀਤ ਜੀਤ ਕੈ ਬਿਸੇਖ ਰਾਜ ਮੰਡ ਹੈ ਕਲੰਕ ਦੂਰ ਕੈ ਸਭੈ ਨਿਸੰਕ ਲੰਕ ਕਾਏ ਹੈ ਸੋ ਜੀਤ ਬਾਹਾ ਬੀਸ ਗਰਭ ਈਸ ਕੋ ਮਿਟਾਏ ਹੈ ਸਿਧਾਰ ਭੂਮ ਧਾਮ ਕੋ ਇਤੋ ਨਾ ਸੋਕ ਕੋ ਤਰੋ ਬੋਲਾਏ ਬਿਪ ਛੋਣ ਕੇ ਆਰੰਭ ਜਗ ਕੋ ਕਰੋ ਸੁਣੰਤ ਬੈਣ ਰਾਵ ਰਾਜਧਾਨੀ ਐਸੇ ਧਾਰੀਅੰ ਬੁਲਾਏ ਕੈ ਵਸਿਸ਼ਟ ਰਾਜ ਸੂਏ ਕੋ ਸੁਧਾਰੀਅੰ। ਹਾਂਜੀ, ਇੱਥੇ ਬੇਨਤੀ ਕਰ ਦਈਏ ਬੁਲਾਏ ਕੈ ਵਸਿਸ਼ਟ ਰਾਜ ਸੂਏ ਕੋ ਸੁਧਾਰੀਅੰ। ਜੋ ਵਸ਼ਿਸ਼ਟ ਦਾ ਨਾਮ ਆਇਆ ਇਹ ਇਹਨਾਂ ਦੇ ਕੁਲ ਗੁਰੂ ਸਨ। ਵਸ਼ਿਸ਼ਟ ਗੁਰੂ ਕੁਲ ਗੁਰੂ ਸਨ। ਤੋ ਵਸ਼ਿਸ਼ਟ ਜੀ ਬ੍ਰਹਮਾ ਦਾ ਮਾਨਸੀ ਪੁੱਤਰ ਸੀ। ਇਹ ਗੁਰੂ ਨੂੰ ਕਿਉਂ ਕਿਹਾ ਗਿਆ? ਗੁਰੂ ਪਦਵੀ ਦਾ ਇਹ ਪੂਰਨ ਅਧਿਕਾਰੀ ਸੀ। ਰਿਗਵੇਦ ਦੇ ਕਈ ਮੰਤਰਾਂ ਦਾ ਇਹ ਕਰਤਾ ਵੀ ਹੈ ਅਤੇ ਨਿਮੀ ਰਾਜੇ ਦਾ ਪ੍ਰੋਹਤ ਰਘੂਕੁਲ ਦਾ ਕੁਲ ਗੁਰੂ ਵਿਦਾਂਤ ਦਾ ਪ੍ਰਚਾਰਕ ਵਿਦਵਾਨ ਸੀ। ਇਸ ਦਾ ਰਚਿਆ ਗ੍ਰੰਥ ਯੋਗ ਵਿਸ਼ਿਸ਼ਟ ਹੈ ਜੋ ਕਿ ਮਸ਼ਹੂਰ ਗ੍ਰੰਥ ਹੈ, ਪ੍ਰਸਿੱਧ ਗ੍ਰੰਥ ਹੈ। ਵਿਦਿਆਲਿਆ ਵਿੱਚ ਉਸ ਗ੍ਰੰਥ ਦੀ ਯੋਗ ਵਿਸ਼ਿਸ਼ਟ ਦੀ ਸੰਥਿਆ ਵੀ ਕਰਾਈ ਜਾਂਦੀ ਹੈ। ਉਹ ਜਿਹੜੇ ਛੋਟੇ ਗ੍ਰੰਥ ਪੜ੍ਹਨ ਵਾਲੇ ਉਹਨਾਂ 'ਚ ਪੜ੍ਹਾਇਆ ਜਾਂਦਾ। ਅਸੀਂ ਮਹਾਂਪੁਰਸ਼ਾਂ ਕੋਲ ਇਹਨਾਂ ਗ੍ਰੰਥਾਂ ਦਾ ਅਭਿਆਸ ਕੀਤਾ, ਪੜ੍ਹੇ ਨੇ। ਯੋਗ ਵਿਸ਼ਿਸ਼ਟ ਦਾ ਗ੍ਰੰਥ ਹੈ ਜਿਸ ਵਿੱਚ ਕਾਕ ਭਸੁੰਡ ਨਾਲ ਹੋਈ ਵਾਰਤਾ ਦਾ ਜ਼ਿਕਰ ਹੈ। ਜਿਸ ਨੇ ਵਿਸ਼ਿਸ਼ਟ ਨੂੰ ਦੱਸਿਆ, ਕਾਕ ਭਸੁੰਡ ਨੇ ਦੱਸਿਆ ਵਿਸ਼ਿਸ਼ਟ ਜੀ ਨੂੰ
ਇਹਦੇ ਯੋਗ ਵਿਸ਼ਿਸ਼ਟ ਗ੍ਰੰਥ ਦੇ ਵਿੱਚ ਕਿ ਮੈਂ 11 ਯੁੱਗਾਂ ਵਿੱਚ 11 ਰਾਮ ਅਵਤਾਰ ਦੇਖੇ ਨੇ। ਐਸੀ ਐਸੀ ਕਥਾ ਆਉਂਦੀ ਹੈ। ਯੋਗ ਵਿਸ਼ਿਸ਼ਟ ਇਹਨਾਂ ਦਾ ਪ੍ਰਸਿੱਧ ਗ੍ਰੰਥ ਹੈ। ਹਾਂਜੀ, ਚਲੋ। ਅਨੇਸ ਦੇਸ ਦੇਸ ਕੇ ਨਰੇਸ ਬੋਲ ਕਹਿ ਲਏ, ਦੇ ਜੇਸ ਬੇਸ ਬੇਸ ਕੇ ਸ਼ਿਤੇਸ ਧਾਮ ਆ ਗਏ। ਅਨੇਕ ਭਾਂਤ ਮਾਨ ਕਹਿ ਦੀਵਾਨ ਬੋਲ ਕਹਿ ਲਏ, ਸੋ ਜਗ ਰਾਜ ਸੂਏ ਕੋ ਆਰੰਭ ਤਾਦ ਨਾ ਪਏ। ਸੋ ਪਾਦ ਅਰਗ ਆਸਨ ਅਨੇਕ ਧੂਪ ਦੀਪ ਕੈ, ਪਖਾਰ ਪਾਏ ਬ੍ਰਹਮਣੰ ਪ੍ਰਦਰਸ਼ਨਾ ਵਿਸੇਖ ਦੈ। ਕਰੋਰ ਕੋਰ ਦਛਨਾ ਦੇ ਜੇਕ ਏਕ ਕਉ ਦਈ, ਸੋ ਜਗ ਰਾਜ ਸੂਏ ਕੀ ਆਰੰਭ ਤਾਦ ਨਾ ਪਹੀ। ਨਟੇਸ ਦੇਸ ਦੇਸ ਕੇ ਅਨੇਕ ਗੀਤ ਗਾਵਹੀ, ਅਨੰਤ ਦਾਨ ਮਾਨ ਲੈ ਵਿਸੇਖ ਸੋਭ ਪਾਵਹੀ। ਪ੍ਰਸੰਨ ਲੋਗ ਜੇ ਭਏ ਸੋ ਜਾਤ ਕੌਣ ਤੇ ਕਹੇ, ਬੇਮਾਨ ਆਸਮਾਨ ਕੇ ਪਛਾਨ ਮੋਨ ਹੋਇ ਰਹੇ। ਹੋਤੀ ਜਿਤੀ ਅਪਛਰਾ ਚੱਲੀ ਸੁਵਰਗ ਸ਼ੋਰ ਕੈ, ਵਿਸੇਖ ਹਾਏ ਭਾਏ ਕੈ ਨ ਚੰਤ ਅੰਗ ਮੋਰ ਕੈ। ਬੇਅੰਤ ਭੂਪਰੀ ਜਹੀ ਅਨੰਤ ਦਾਨ ਪਾਵਹੀ, ਬੇਲੋਕ ਅਛਰਾਨ ਕੋ ਅਪਛਰਾ ਲੱਜਾਵਹੀ। ਅਨੰਤ ਦਾਨ ਮਾਨ ਪਿੱਛੇ ਪਾਠ ਹੋਇਆ ਜਿਸ ਪ੍ਰਕਾਰ, ਇਸੇ ਪ੍ਰਕਾਰ ਧਿਆਨ ਦੇਣਾ। ਬਿਲੋਕ ਅਛਰਾਨ ਕੋ ਅਪਛਰਾਂ ਲੱਜਾਵਹੀ, ਲੱਜਾਵਾਨ ਹੋਣਾ। ਲੱਜਾਵਹੀ ਕਸ ਕੇ ਪਾਠ ਕਰਨਾ, ਇਹ ਧਿਆਨ ਦਿੱਤਾ ਜਾਵੇ ਜੀ। ਜੇ ਇਹਦਾ ਹੈਗਾ ਅਰਥ ਵੀ ਜਿਹੜੀਆਂ ਮਾਤ ਲੋਕ ਦੀਆਂ ਇਸਤਰੀਆਂ ਨੱਚਦੀਆਂ ਸਨ, ਉਹਨਾਂ ਤੋਂ ਸਵਰਗ ਲੋਕ ਦੀਆਂ ਅਪਛਰਾਂ ਵੀ ਵੇਖ ਕੇ ਸ਼ਰਮਸ਼ਾਰ ਹੋ ਰਹੀਆਂ ਸਨ। ਹਾਂਜੀ। ਬਿਲੋਕ ਅਛਰਾਨ ਕੋ ਅਪਛਰਾ ਲੱਜਾਵਹੀ, ਅਨੰਤ ਦਾਨ ਮਾਨ ਦਾਇ ਬੁਲਾਏ ਸੂਰਮਾ ਲਏ। ਦੁਰੰਤ ਸੈਨ ਸੰਗ ਦਾਇ ਦਸੋ ਦਿਸਾ ਪਠਾਇ ਦਏ। ਨਰੇਸ ਦੇਸ ਦੇਸ ਕੇ ਨਿਰਪੇਸ ਪਾਏ ਪਾਰੀਅੰ, ਮਹੇਸ਼ ਜੀਤ ਕੈ ਸਬੈ ਸੋ ਛਤਰਪਤਰ ਢਾਰੀਅੰ। ਰੂਆਮਲ ਛੰਦ ਜੀਤ ਜੀਤ ਨਿਰਪੰਗ ਨਰੇਸੁਰ, ਸਤਰ ਮਿੱਤਰ ਬੁਲਾਏ। ਵਿਪਰ ਆਦ ਵਸਿਸ਼ਟ ਤੇ ਲੈ ਕੈ ਸਬੈ ਰਿਖਰਾਏ। ਕ੍ਰੋਧ ਜੋਧ ਕਰੇ ਕਨੇ ਅਵਗਾਹੇ ਗਾਹੇ ਸੁਦੇਸ। ਆਨ ਆਨ ਅਵਦੇਸ ਕੇ ਪਗ ਲਾਗੀਅੰ ਅਵਨੇਸ। ਠੀਕ ਆ। ਭਾਂਤ ਭਾਂਤਨ ਦੈ ਲਏ ਸਨਮਾਨ ਆਨ ਨਿਰਪਾਲ। ਅਰਬ ਖਰਬਨ ਦਰਬ ਦੈ ਗਜਰਾਜ ਬਾਜ ਵਿਸਾਲ। ਗਾਜਰਾਜ ਭੋਲਾ, ਗੱਜ ਨਹੀਂ ਕਰਨਾ। ਗਾਜਰਾਜ ਬਾਜ ਵਿਸਾਲ। ਗਾਜਰਾਜ ਬਾਜਰਾਜ ਇਹ ਹੁੰਦਾ ਵੀ ਚੰਗੀ ਕਿਸਮ ਦੇ ਹਾਥੀ, ਜਿਵੇਂ ਹਿੰਸਤੀ ਹੈਰਾਜ ਹਜ਼ਾਰੇ। ਹੈਰਾਜ ਤੋਂ ਹੈ ਚੰਗੀ ਕਿਸਮ ਦੇ ਘੋੜੇ। ਇੱਥੇ ਹੈ ਗਾਜਰਾਜ, ਚੰਗੀ ਕਿਸਮ ਦੇ ਹਾਥੀ। ਹਾਥੀ ਕਈ ਪ੍ਰਕਾਰ ਦੇ ਨਾ, ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੇ ਪ੍ਰਸਾਦੀ ਹਾਥੀ ਸੀ, ਉਹ ਛੋਟੇ ਕੱਦ ਦਾ ਸੀ, ਚਿੱਟੇ ਰੰਗ ਦਾ ਸੀ। ਇਸ ਪ੍ਰਕਾਰ ਗਜਰਾਜ। ਹਾਂਜੀ। ਅਰਬ ਖਰਬਨ ਦਰਬ ਦੈ ਗਜਰਾਜ ਬਾਜ ਵਿਸਾਲ। ਹੀਰ ਚੀਰ ਨਾ ਕੋ ਸਕੈ ਗਨ, ਜਟ ਤਜੀਨ ਜਰਾਏ। ਭਾਉ ਭੂਖਨ ਕੋ ਕਹੈ, ਬਿਦ ਤੇ ਨਾ ਜਾਤ ਬਤਾਏ। ਭਾਉ ਭੂਖਨ ਕੋ ਕਹੈ, ਕੌਣ ਕਹਿ ਸਕਦਾ? ਭੂਖਣਾ ਦੀ ਗਿਣਤੀ ਯਾਦ ਗਹਿਣਿਆਂ ਦੀ, ਤੇ ਬਿਦ ਤੋਂ ਭਾਵ ਬ੍ਰਹਮਾ ਤੋਂ ਵੀ ਗਿਣੇ ਨਹੀਂ ਜਾਂਦੇ ਸਨ। ਐਸੀ ਉੱਥੇ ਦਾਨ ਕਰਨ ਦੀ ਗੱਲ ਕਰ ਰਹੇ ਨੇ। ਹਾਂਜੀ। ਭਸਮ ਬਸਤਰ ਪਟੰਬਰਾਦਿਕ, ਦੀਏ ਭੂਪਨ ਭੂਪ। ਰੂਪ ਅਨੂਪ ਸਰੂਪ ਸੋਭਿਤ, ਕੌਣ ਇੰਦਰ ਕੁਰੂਪ। ਹਾਂ ਜੀ, ਪਾਠ ਹੋਇਆ ਕਰੂਪ। ਇਹ ਅਸੀਂ ਧਿਆਨ ਦੇਣਾ ਵੀ ਕਈ ਵੇਲੇ ਅਸੀਂ ਕੱਕੇ ਦਾ ਔਂਕੜ ਛੱਡ ਹੀ ਜਾਂਦੇ ਆ। ਕਰੂਪ ਸਿੱਧਾ ਕਹਿਤਾ ਨਹੀਂ, ਜੋ ਥੱਲੇ ਔਂਕੜ ਲੱਗਾ, ਜਿਵੇਂ ਹੁਣ ਉਚਾਰਨ ਹੋਇਆ, ਅਸੀਂ ਆਪਾਂ ਨੇ ਸਰਵਣ ਕੀਤਾ ਸ਼ੁੱਧ। ਸੋ ਇਸੇ ਪ੍ਰਕਾਰ ਕੋਸ਼ਿਸ਼ ਨਹੀਂ ਕਰਦੀ, ਇਹਨੂੰ ਦ੍ਰਿੜ ਕਰਨਾ, ਪਕਾਉਣਾ, ਅਭਿਆਸ ਕਰਨਾ। ਕਰੂਪ ਅਭਿਆਸ ਕਰਨਾ ਵੀ ਕਈ ਵਾਰੀ ਅਸੀਂ ਔਂਕੜ ਕਿਤੇ ਛੱਡ ਤਾਂ ਨਹੀਂ ਜਾਂਦੇ, ਇਹ ਧਿਆਨ 'ਚ ਹੋਣਾ ਚਾਹੀਦਾ। ਹਾਂਜੀ, ਚਲੋ ਅੱਗੇ।
ਦੁਸ਼ਟ ਪੁਸ਼ਟ ਤਰਸੈ ਸਬੈ ਥਰ ਹਰਿਓ ਸੋਨ ਗਿਰ ਰਾਏ ਕਾਟ 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 ਨਾ ਦੈ ਮੁਜੈ ਨ੍ਰਿਪ ਬਾਂਟ ਬਾਂਟ ਲੁਟਾਏ। ਹਾਂ, ਇਹ ਪੰਕਤੀ ਪਹਿਲਾਂ ਆਪਾਂ ਗਿਆਨ ਪ੍ਰਬੋਧ ਵਿੱਚ ਵੀ ਦਰਸ਼ਨਦਾਰੇ ਕਰ ਚੁੱਕੇ ਹਾਂ। ਕਾਟ ਕਾਟ ਨਾ ਦਇਆ ਮੁਝੈ ਨਰਪ ਬਾਂਟ ਬਾਂਟ ਲੁਟਾਏ, ਦੁਬਾਰਾ ਫੇਰ ਆਈ ਆ। ਅੰਤਰਾ ਇਹਦੇ ਵਿੱਚ ਨਹੀਂ ਹੈ, ਸੇਮ ਹੀ ਹੈ। ਹਾਂਜੀ। ਵੇਦ ਧੁਨ ਕਰ ਕੈ ਸਬੈ ਦੇਜ ਕੀ ਇਸ ਜਗ ਆਰੰਭ ਭਾਂਤ ਭਾਂਤ ਬੁਲਾਏ ਹੋਮਤ ਰਿਤ ਜਾਣੇ। ਹੋਮਤ ਤੇ ਵਿਸਰਾਮ ਜੀ, ਹੋਮ ਕਰਨ ਵਾਲੇ ਬੁਲਾਏ ਗਏ ਜੋ ਜਗ ਕਰਨਾ ਹੈ ਨਾ। ਹਾਂਜੀ। ਭਾਂਤ ਭਾਂਤ ਬੁਲਾਏ ਹੋਮਤ ਰਿਤ ਜਾਨ ਅਸੰਭਵ ਅਦਕ ਮੁਨਬਰ ਜੋ ਕੀਓ ਬਿਦ ਪੂਰਬ ਹੋਮ ਬਨਾਏ ਜਗ ਕੁੰਡਹੁ ਤੇ ਉਠੇ ਤਬ ਜਗ ਪੁਰਖ ਅਕੁਲਾਏ। ਖੀਰ ਪਾਤਰ ਕਢਾਏ ਲੈ ਕਰ ਦੀਨ ਨਿਰਪ ਕੇ ਆਨ ਭੂਪ ਪਾਏ ਪ੍ਰਸੰਨ ਭਇਓ ਜਿਮਦਾਰ ਦੀ ਲੈ ਦਾਨ। ਚਤਰ ਭਾਗ ਕਰਿਓ ਤਿਸੈ ਨਿਜ ਪਾਨ ਲੈ ਨਿਰਪ ਰਾਏ ਏਕ ਏਕ ਦਇਓ ਦੁਹੂ ਤ੍ਰੀय ਏਕ ਕੋ ਦੋਏ ਭਾਏ। ਗਰਭਵੰਤ ਭਈ ਤ੍ਰਿਓ ਤ੍ਰੀय ਛੀਰ ਕੋ ਕਰ ਪਾਨ। ਹਾਂਜੀ, ਪਾਠ 'ਚ ਇਸ ਪ੍ਰਕਾਰ ਹੋਇਆ ਸੀ, ਧਿਆਨ ਦੇਣਾ। ਗਰਭਵੰਤ ਭਈ ਤ੍ਰਿਓ ਤ੍ਰੀ, ਵਿਸਰਾਮ ਤ੍ਰੀ ਤੇ ਹੋਣਾ। ਤ੍ਰੀਓ ਤ੍ਰੀ ਨਹੀਂ ਕਹਿਆ ਜਾਣਾ ਪਾਠ ਸੀ, ਤ੍ਰਿਓ। ਤਿੰਨੇ ਹੀ ਤ੍ਰੀ ਇਸਤਰੀਆਂ ਗਰਭਵਤੀ ਹੋ ਗਈਆਂ ਰਾਜੇ ਦਸ਼ਰਥ ਦੀਆਂ, ਮਾਤਾ ਕੁਸ਼ਲਿਆ, ਸੁਮਿਤਰਾ, ਕੇਕਈ। ਗਰਭਵੰਤ ਭਇਓ ਤ੍ਰਿਓ ਤ੍ਰੀ ਸ਼ੀਰ ਕੋ ਕਰ ਪਾਨ। ਹਾਂਜੀ। ਤਾਹੇ ਰਾਖਤ ਭੀ ਭਲੇ 10 ਦੋਏ ਮਾਸ ਪ੍ਰਮਾਨ ਮਾਸ ਤ੍ਰਿਓਦਸਮੋ ਚੜਿਓ ਤਬ ਸੰਤਨ ਹੇਤ ਉਧਾਰ ਰਾਮ ਨਾਰ ਪ੍ਰਗਟ ਭਏ ਜਗ ਆਨ ਰਾਮ ਅਵਤਾਰ। ਭਏ ਤੇ ਵਿਸਰਾਮ ਲਾਈਏ ਜੀ। ਰਾਮ ਨਾਰ ਪ੍ਰਗਟ ਭਏ ਜਗ ਆਨ ਰਾਮ ਅਵਤਾਰ। ਰਾਮ ਨਾਰ ਪ੍ਰਗਟ ਭਏ ਜਗ ਆਨ ਰਾਮ ਅਵਤਾਰ। ਭਰਤ ਲਛਮਨ ਸ਼ਤਰਘਨ ਪੁਨ ਭਏ ਤੀਨ ਕੁਮਾਰ ਭਾਂਤ ਭਾਂਤਨ ਬਾਜੀਅੰ ਨ੍ਰਿਪ ਰਾਜ ਬਾਜਨ ਦੁਆਰ। ਕਈ ਵਾਰੀ ਪੋਥੀਆਂ 'ਚ ਵਿਸਰਾਮ ਲਾਏ ਹੁੰਦੇ ਨੇ ਪੜ੍ਹਨ ਵਾਲਿਆਂ ਦੇ ਅਰਥ ਮੁਤਾਬਕ, ਪਰ ਚਾਲ ਮੁਤਾਬਕ ਜਿਹੜੇ ਆ ਅਰਥ ਉਹ ਵਧੀਆ ਮੰਨੇ ਜਾਂਦੇ ਨੇ। ਹਾਂਜੀ, ਚਲੋ। ਪਾਏ ਲਾਗ ਬੁਲਾਏ ਵਿਪਨ ਦੀਨ ਦਾਨ ਦੁਰੰਤ ਸਤਰ ਨਾਸਤ ਹੋਹੇਗੇ ਸੁਖ ਪਾਏ ਹੈ ਸਭ ਸੰਤ। ਲਾਲ ਜਾਲ ਪ੍ਰਵੇਸ਼ਟ ਰੇਖ ਬਰ ਬਾਜ ਰਾਜ ਸਮਾਜ ਭਾਂਤ ਭਾਂਤਨ ਦੇਤ ਭਇਓ ਦਿਜ ਪਤਨ ਕੋ ਨ੍ਰਿਪ ਰਾਜ। ਦੇਸ ਔਰ ਵਿਦੇਸ ਭੀਤਰ ਠੌਰ ਠੌਰ ਮਹੰਤ ਨਾਚ ਨਾਚ ਉਠੇ ਸਬੈ ਜਨ ਆਜ ਲਾਗ ਬਸੰਤ। ਜਨ ਤੇ ਵਿਸਰਾਮ ਲਾਓ, ਸਬੈ ਜਨ ਆਜ ਲਾਗ ਬਸੰਤ। ਨਾਚ ਨਾਚ ਉਠੇ ਸਬੈ ਜਨ ਆਜ ਲਾਗ ਬਸੰਤ। ਕਿੰਕਣੀਨ ਕੇ ਜਾਲ ਭੂਖਿਤ ਬਾਜਿਓ ਗਜਰਾਜ ਸਾਜ ਸਾਜ ਦਏ ਦਿਜੇਸਨ ਆਜ ਕੌਸਲ ਰਾਜ। ਰੰਕ ਰਾਜ ਭਏ ਕਨੇ ਤਹ ਰੰਕ ਰਾਜਨ ਜੈਸ। ਜਿਹਦਾ ਭਾਵ ਆ ਵੀ ਉੱਥੇ ਦਾਨ ਇਤਨਾ ਕੀਤਾ ਗਿਆ ਵੀ ਜਿਹੜੇ ਰੰਕ ਸੀ ਨਾ ਕੰਗਾਲ ਲੋਕ ਉਹ ਵੀ ਰਾਜੇ ਬਣ ਗਏ ਨੇ। ਤਹ ਰੰਕ ਰਾਜਨ ਜੈਸ। ਹਾਂਜੀ। ਰੰਕ ਰਾਜ ਭਏ ਕਨੇ ਤਹ ਰੰਕ ਰਾਜਨ ਜੈਸ। ਰਾਮ ਜਨਮਤ ਭਇਓ ਉਤਸਵ ਔਧਪੁਰ ਮੈਂ ਐਸ। ਧੁੰਦਬ ਔਰ ਮ੍ਰਿਦੰਗ ਤੂਰ ਤਰੰਗ ਤਾਨ ਅਨੇਕ ਬੀਨ ਬੀਨ ਬਜੰਤ ਸ਼ੀਨ ਪ੍ਰਬੀਨ ਬੀਨ ਬਿਸੇਖ। ਝਾਂਜ ਬਾਰਤ ਰੰਗ ਤੁਰਹੀ ਭੇਰ ਨਾਦ ਨਿਆਨ ਮੋਹਿ ਮੋਹਿ ਗਿਰੇ ਧਰਾ ਪਰ ਸਰਬ ਵਿਓਮ ਵਿਵਾਨ। ਜਤਰ ਤਤਰ ਵਿਦੇਸ ਦੇਸਨ ਹੋਤ ਮੰਗਲ ਚਾਰ ਬੈਠ ਬੈਠ ਕਰੈ ਲਗੇ ਸਭ ਵਿਪਰ ਵੇਦ ਵਿਚਾਰ। ਧੂਪ ਦੀਪ ਮਹੀਪ ਗ੍ਰਹਿ ਸਨੇਹ ਦੇਤ ਬਨਾਏ ਫੂਲ ਫੂਲ ਫਿਰੈ ਸਭੈ ਗਣ ਦੇਵ ਦੇਵਨ ਰਾਏ।
ਆਜ ਕਾਜ ਭਏ ਸਬੈ ਇਹ ਭਾਂਤ ਬੋਲਤ ਬੈਨ ਭੂਮ ਭੂਰ ਉਠੀ ਜੈਤ ਧੁਨ ਬਾਜ ਬਾਜਤ ਗੈਨ ਐਨ ਐਨ ਤੁਝਾ ਬਦੀ ਸਭ ਬਾਟ ਬੰਧਨ ਵਾਰ ਬੱਧੀ ਅੱਛਾ ਠੀਕ ਐਨ ਐਨ ਤੁਝਾ ਬੱਧੀ ਸਾਰੇ ਦਰਵਾਜ਼ਿਆਂ ਤੇ ਜਿਹੜੀਆਂ ਨੇ ਝੰਡੀਆਂ ਬਣੀਆਂ ਗਈਆਂ ਇਹ ਇਸ ਪ੍ਰਕਾਰ ਪਾਠ ਐਨ ਐਨ ਤੁਝਾ ਬੱਦੀ ਸਭ ਬਾਟ ਬੰਧਨ ਵਾਰ ਲੀਪ ਲੀਪ ਧਰੇ ਮਲਿਆਗਰ ਹਾਟ ਪਾਟ ਬਜ਼ਾਰ ਸਾਜ ਸਾਜ ਤੋ ਰੰਗ ਕੰਚਨ ਦੇਤ ਦੀਨਨ ਦਾਨ ਮਸਤ ਹਸਤ ਦਏ ਅਨੇਕਨ ਇੰਦਰ ਦੁਰਦ ਸਮਾਨ ਕਿੰਕਣੀ ਕੇ ਜਾਲ ਭੂਖਤ ਦਏ ਸਯੰਦਨ ਸੁਧ ਗਾਇਨਨ ਕੇ ਪੁਰ ਮਨੋ ਇਹ ਭਾਂਤ ਆਵਤ ਬੁੱਧ ਬਾਜ ਸਾਜ ਦਏ ਤੇ ਜਿਹ ਪਾਈਐ ਨਹੀਂ ਪਾਰ ਦਿਓਸ ਦਿਓਸ ਵਡਾਇ ਲਗਿਓ ਰਨ ਧੀਰ ਰਾਮ ਅਵਤਾਰ ਸ਼ਾਸਤਰ ਸ਼ਾਸਤਰਨ ਕੀ ਸਭੈ ਵਿਦ ਦੀਨ ਤਾਹੇ ਸੁਧਾਰ ਅਸ਼ਟ ਦਿਓਸਨ ਮੋ ਗਏ ਲੈ ਸਰਬ ਰਾਮ ਕੁਮਾਰ ਸ਼ਾਸਤਰਾਂ ਦੀ ਤੇ ਸ਼ਸਤਰਾਂ ਦੀ ਜਿਹੜੀ ਉਹਨਾਂ ਨੂੰ ਵਿਦਿਆ ਗ੍ਰਹਿਣ ਕਰਾਈ ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਭਾਵ ਸ਼ਸਤਰਾਂ ਦੀ ਟ੍ਰੇਨਿੰਗ ਦਿੱਤੀ ਗਈ ਧਨਕ ਤੀਰ ਕਮਾਨ ਬਰਛਾ ਭੱਲਾ ਨੇਜਾ ਤਲਵਾਰ ਤੇ ਚੱਕਰ ਆਦਿਕ ਚਲਾਉਣੇ ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਇਹ ਦਿੱਤੀ ਗਈ ਜੋ 8 ਦਿਨਾਂ ਵਿੱਚ ਹੀ ਰਾਮਚੰਦਰ ਜੀ ਨੇ ਗ੍ਰਹਿਣ ਕਰ ਲਈ ਹਾਂਜੀ ਬਾਨ ਬਾਨ ਕਮਾਨ ਲੈ ਬਿਹਰੰਤ ਸਰਜੂ ਤੀਰ ਪੀਤ ਪੀਤ ਪਿਸ਼ੋਰ ਕਾਰਨ ਧੀਰ ਚਾਰਹੂ ਵੀਰ ਵੇਖ ਵੇਖ ਨਿਰਪਾਨ ਕੇ ਬਿਹਰੰਤ ਬਾਲਕ ਸੰਗ ਭਾਂਤ ਭਾਂਤਨ ਕੇ ਧਰੇ ਤਨ ਚੀਰ ਰੰਗ ਤੁਰੰਗ ਰੰਗ ਤਰੰਗ ਤੁਰੰਗ ਨਹੀਂ ਪਾਠ ਕਰਨਾ ਰੰਗ ਇਹਨੂੰ ਰੰਗਤ ਰੰਗ ਬਰੰਗੇ ਭਾਵ ਰੰਗ ਤਰੰਗ ਹਾਂਜੀ ਭਾਂਤ ਭਾਂਤਨ ਕੇ ਧਰੇ ਤਨ ਚੀਰ ਰੰਗ ਤਰੰਗ ਇਹਨੂੰ ਐਂ ਕਹਿੰਦੇ ਉਹ ਸਰਜੂ ਦੇ ਐ ਵੀ ਸਰਜੂ ਨਦੀ ਦੇ ਕਿਨਾਰੇ ਖੇਡਦੇ ਨੇ ਵੀ ਨਦੀ ਦੀਆਂ ਤਰੰਗਾਂ ਇਹ ਇਸ ਤਰ੍ਹਾਂ ਵੀ ਆਏਗਾ ਜਿਸ ਪ੍ਰਕਾਰ ਸਰਜੂ ਨਦੀ ਦੀਆਂ ਤਰੰਗਾਂ ਦੇ ਨਾਲ ਖੇਡਦੇ ਹਨ ਰੰਗੀਨ ਵਸਤਰ ਪਾਏ ਹੋਏ ਨੇ ਤੇ ਜਿਹੜੀਆਂ ਨਦੀ ਦੀਆਂ ਤਰੰਗਾਂ ਲਹਿਰਾਂ ਉਹਨਾਂ ਨਾਲ ਖੇਡਦੇ ਫਿਰਦੇ ਨੇ ਇਹਦਾ ਇਹ ਵੀ ਅਰਥ ਹੈਗਾ ਜੇ ਰੰਗ ਤਰੰਗ ਪਾਠ ਕਰ ਦਈਏ ਫਿਰ ਰੰਗ ਬਰੰਗੇ ਵਸਤਰ ਪਾਏ ਪਰ ਰੰਗ ਤਰੰਗ ਤਰੰਗ ਪਾਠ ਰੰਗ ਤਰੰਗ ਪਾਠ ਹਾਂਜੀ ਐਸ ਬਾਤ ਭਈ ਇਤੈ ਉਹ ਔਰ ਵਿਸ਼ਵਾਮਿਤਰ ਜਗ ਕੋ ਸੋ ਕਰਿਓ ਆਰੰਭਨ ਤੋਖ ਨਾਰਥ ਪਿਤਰ ਇੱਕ ਇਹ ਵੀ ਬੇਨਤੀ ਕਰ ਦਈਏ ਵੀ ਜਿਹੜੀ ਸ਼ਾਸਤਰ ਵਿਦਿਆ ਲਈ ਹੈ ਸ਼ਾਸਤਰ ਵਿਦਿਆ ਜੋ ਗ੍ਰੰਥ ਪੜ੍ਹਾਉਣ ਵਾਲੀ ਵਿਦਿਆ ਇਹ ਲਈ ਹੈ ਇਹਨਾਂ ਨੇ ਰਾਮਚੰਦਰ ਜੀ ਨੇ ਵਿਸ਼ਿਸ਼ਟ ਗੁਰੂ ਜੀ ਕੋਲੋਂ ਤੇ ਸ਼ਾਸਤਰ ਵਿਦਿਆ ਜੋ ਹੈ ਜੋ ਸ਼ਸਤਰ ਚਲਾਉਣੇ ਜੰਗੀ ਵਿਦਿਆ ਇਹ ਵਿਸ਼ਵਾਮਿਤਰ ਜੀ ਕੋਲੋਂ ਲਈ ਹੈ ਕਹਿੰਦੇ ਮੈਂ ਭੁੱਲਦਾ ਵੀ ਨਾ ਹੋਵਾਂ ਚਲੋ ਜਿੰਨਾ ਕਿ ਮੈਨੂੰ ਯਾਦ ਆ ਸ਼ਾਇਦ ਮੇਰਾ ਖਿਆਲ ਤਾਂ ਇਦਾਂ ਹੀ ਆ ਹਾਂਜੀ ਐਸ ਬਾਤ ਭਈ ਇਤੈ ਉਹ ਔਰ ਵਿਸ਼ਵਾਮਿਤਰ ਜਗ ਕੋ ਸੋ ਕਰਿਓ ਆਰੰਭਨ ਤੋਖ ਨਾਰਸ ਪਿਤਰ ਠੀਕ ਪਿਤਰ ਪੋੜਲਾ ਪਾਠ ਠੀਕ ਆ ਹੋਮ ਕੀ ਲੈ ਬਾਸਨਾ ਉਠ ਧਾਤ ਦੈਤ ਦੁਰੰਤ ਲੂਟ ਖਾਤ ਸਭੈ ਸਮਗਰੀ ਮਾਰ ਕੂਟ ਮਹੰਤ ਲੂਟ ਖਾਤ ਹੈ ਵਿਖਾਏ ਜੇ ਤਿਨ ਪੈ ਕਛੂ ਨਾ ਬਸਾਏ ਤਾਕੇ ਔਦਹ ਆਇਓ ਤਬ ਰੋਸ ਕੈ ਮੁਨ ਰਾਏ ਆਏ ਭੂਪਤ ਕਉ ਕਹਾ ਸੁਤ ਦੇਹੁ ਮੋ ਕਉ ਰਾਮ ਨਾਤਰ ਤੋ ਕਉ ਭਸਮ ਕਰਹੁ ਆਜ ਹੀ ਇਹ ਠਾਮ ਹਾਂਜੀ ਸੋ ਪਾਠ ਆਪਾਂ ਨੇ ਸ਼ਰਵਣ ਵੀ ਕਰ ਲਿਆ ਹੈ
ਇਹ ਕਰ ਹਾਂ ਵੱਖਾ ਵੱਖਾ ਲੱਗਾ ਪਾਠ ਵੱਖ, ਪਰ ਜੇ ਇਹਨੂੰ ਸ਼ੁੱਧ ਪਾਠ ਕਰਹੋਂ ਵੀ ਮੈਂ ਤੈਨੂੰ ਭਸਮ ਭੂਤ ਕਰ ਦਿਆਂਗਾ, ਜਾਂ ਮੈਨੂੰ ਰਾਮਚੰਦਰ ਪੁੱਤਰ ਦੇ ਦੇ, ਨਹੀਂ ਤੈਨੂੰ ਮੈਂ ਸ਼ਰਾਪ ਦੇਵਾਂਗਾ। ਕਰਹੋਂ ਪਾਠ ਇਕੱਠਾ ਕਰ ਦਿਓ। ਨਾਤਰ ਤੋ ਕਉ ਭਸਮ ਕਰਹੋਂ, ਕਰਹੋਂ ਇਕੱਠਾ ਪਾਠ ਆਜ ਹੀ ਇਹ ਠਾਮ। ਹਾਂਜੀ। ਨਾਤਰ ਤੋ ਕਉ ਭਸਮ ਕਰਹੁ ਆਜ ਹੀ ਇਹ ਠਾਮ, ਕੋਪ ਦੇਖ ਮੁਨੀਸ ਕਉ ਨ੍ਰਿਪ ਪੂਤ ਤਾ ਸੰਗ ਦੀਨ, ਜਗ ਮੰਡਲ ਕਉ ਚਲਿਓ ਲੈ ਤਾਹੇ ਸੰਗ ਪ੍ਰਵੀਨ। ਏਕ ਮਾਰਗ ਦੂਰ ਹੈ ਇਕ ਨੀਰ ਹੈ ਸੁਨ ਰਾਮ, ਰਾਹ ਮਾਰਤ ਰਾਸ਼ਸੀ ਜਿਹ ਤਾਰਕਾ ਗਨ ਨਾਮ। ਜੌਨ ਮਾਰਗ ਤੀਰ ਹੈ ਤਿਹ ਰਾਹ ਚਾਲਹੁ ਆਜ, ਚਿਤ ਚਿੰਤ ਨਾ ਕੀਜੀਐ ਦਿਜ ਦੇਵ ਕੈ ਹੈ ਕਾਜ। ਇਹ ਪਾਠ ਹੈ ਚਿਤ ਚਿੰਤ ਨਾ ਕੀਜੀਏ ਦਿਜ ਦੇਵ ਕੈ ਹੈ ਕਾਜ। ਇਹ ਦਿਜ ਪੰਡਤ ਜੀ ਵਿਸ਼ਵਾਮਿਤਰ ਜੀ ਚਿਤ ਵਿੱਚ ਚਿੰਤਾ ਨਾ ਕਰੋ, ਦੇਵ ਜੋ ਪਰਮੇਸ਼ਰ ਆ ਉਹ ਇਹ ਕਾਜ ਕਰਨਗੇ। ਇਸ ਪ੍ਰਕਾਰ ਇਹ ਸਮਝ ਲੈਣਾ ਜੀ। ਚਿਤ ਚਿੰਤ ਨਾ ਕੀਜੀਐ ਦਿਜ ਦੇਵ ਕੈ ਹੈ ਕਾਜ, ਬਾਟ ਚਾਪੈ ਜਾਤ ਹੈ ਤਬ ਲਉ ਨਿਸਾਚਰ ਆਨ। ਜਾਹੋਗੇ ਕਤ ਰਾਮ ਕਹਿ ਮਗ ਰੋਕਿਓ ਤਜ ਕਾਨ। ਦੇਖ ਰਾਮ ਨਿਸਾਚਰੀ ਗਹਿਲੀਨ ਬਾਨ ਕਮਾਨ, ਭਾਲ ਮਦ ਪ੍ਰਹਾਰਿਓ ਸਰ ਤਾਨ ਕਾਨ ਪਰਮ ਪ੍ਰਮਾਨ। ਨਿਸਾਚਰ ਤੇ ਨਿਸਾਚਰੀ, ਨਿਸਾ ਕਹਿੰਦੇ ਰਾਤ ਨੂੰ ਤੇ ਚਰ ਚੱਲਣ ਵਾਲੇ। ਸੋ ਰਾਤਾਂ ਨੂੰ ਮਾਰ ਧਾੜ ਕਰਨ ਵਾਲੀ ਇਹ ਰਾਖਸ਼ ਸੀ ਜਿਹਦਾ ਨਾਂ ਸੀ ਤਾੜਕਾ, ਜੋ ਸਕੇਤ ਯਕ ਦੀ ਪੁੱਤਰੀ ਸੀ ਤੇ ਸੁੰਧ ਦੈਤ ਦੀ ਇਹ ਪਤਨੀ ਸੀ। ਮਰੀਚ ਤੇ ਬਾਹੂ ਦੈਤ ਦੀ ਇਹ ਮਾਂ ਸੀ, ਇਹ ਜਿਹੜੀ ਤਾੜਕਾ। ਫਿਰ ਧਿਆਨ ਦੇਈਏ ਜਿਹੜੇ ਮਰੀਜ਼ ਤੇ ਸਬਾਹੂ ਹੋਏ ਨਾ ਦੈਤ, ਉਹਨਾਂ ਦੀ ਮਾਂ ਹੈ, ਤੇ ਸੁੰਧ ਦੈਤ ਦੀ ਇਹ ਘਰ ਵਾਲੀ ਸੀ। ਸਕੇਤ ਯਕ ਜੋ ਹੋਇਆ ਉਹਦੀ ਇਹ ਪੁੱਤਰੀ ਸੀ, ਉਹ ਤਾੜਕਾ ਹੈ। ਤੇ ਨਾਮ ਤਾੜਕਾ ਹੈ ਤਾਂ ਤਾਰਕਾ ਵੀ ਕਹਿੰਦੇ ਨੇ। ਤੇ ਇਹਨੂੰ ਨਿਸਾਚਰੀ ਇੱਥੇ ਸਾਹਿਬ ਕਮਾਲ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਨਿਸਾਚਰੀ। ਨਿਸਾ ਕਹਿੰਦੇ ਰਾਤ ਨੂੰ, ਚਰੀ ਚੱਲਣ ਵਾਲੀ, ਰਾਤ ਨੂੰ ਮਾਰ ਧਾੜ ਕਰਨ ਵਾਲੇ ਨੂੰ ਨਿਸਾਚਰ ਕਹਿੰਦੇ ਨੇ। ਹਾਂਜੀ ਚਲੋ। ਦੇਖ ਰਾਮ ਨਿਸਾਚਰੀ ਗਹਿਲੀਨ ਬਾਨ ਕਮਾਨ, ਭਾਲ ਮਦ ਪ੍ਰਹਾਰਿਓ ਸਰ ਤਾਨ ਕਾਨ ਪ੍ਰਮਾਨ। ਬਾਨ ਲਾਗਤ ਹੀ ਗਿਰੀ ਬਿਸਮ ਭਾਰ ਦੇਹ ਵਿਸਾਲ, ਹਾਥ ਸ੍ਰੀ ਰਘੁਨਾਥ ਕੇ ਭਇਓ ਪਾਪਨੀ ਕੋ ਕਾਲ। ਐਸ ਤਾਹੇ ਸੰਘਾਰ ਕੈ ਜਾ ਕਰ ਜਗ ਮੰਡਲ ਮੰਡ, ਆਏਗੇ ਤਬ ਲਉ ਨਿਸਾਚਰ ਦੀਹ ਦੋਏ ਪ੍ਰਚੰਡ। ਭਾਜ ਭਾਜ ਚੱਲੇ ਸਭੈ ਰਿਖ ਠਾਢ ਭੇ ਹਠ ਰਾਮ, ਜੁਧ ਕ੍ਰੋਧ ਕਰਿਓ ਤਿਹੂ ਤਿਹ ਠੌਰ ਸੋ ਰਹਿ ਜਾਮ। ਅੱਗੇ ਇਹਨਾਂ ਦੇ ਨਾਮ ਆਉਣਗੇ, ਇਹ ਮਰੀਜ਼ ਤੇ ਸਬਾਹੂ। ਅੱਗੇ ਇਹਨਾਂ ਨਾਲ ਜੰਗ ਹੋਣ ਸ਼ੁਰੂ ਹੋ ਗਿਆ, ਅੱਗੇ ਨਾਂ ਨੇ ਆਉਣਗੇ ਇਹਨਾਂ ਦੇ। ਇਹ ਇਹਦੇ ਪੁੱਤਰ ਨੇ ਦੋਵੇਂ। ਜਦੋਂ ਮਾਰਤੀ ਰਾਮਚੰਦਰ ਜੀ ਨੇ, ਫਿਰ ਉਹ ਦੋ ਉਹ ਇਹਨਾਂ ਦੇ ਪੁੱਤਰ ਜਿਹੜਾ ਮਰੀਜ਼ ਤੇ ਸਬਾਹੂ ਆ ਜਾਂਦੇ ਨੇ। ਹਾਂਜੀ। ਤਾਂ ਆਏਗੀ ਤਬ ਲਓ ਨਿਸਾਚਰ ਦੀਹ ਦੋਏ ਪ੍ਰਚੰਡ। ਭਾਜ ਭਾਜ ਚੱਲੇ ਸਭੈ ਰਿਖ ਠਾਢ ਭੇ ਹਠ ਰਾਮ, ਜੁਧ ਕ੍ਰੋਧ ਕਰਿਓ ਤਿਹੂ ਤਿਹ ਠੌਰ ਸੋ ਰਹਿ ਜਾਮ। ਮਾਰ ਮਾਰ ਪੁਕਾਰ ਦਾਨਵ ਸ਼ਸਤਰ ਅਸਤਰ ਸੰਭਾਰ, ਬਾਨ ਪਾਨ ਕਮਾਨ ਕਉ ਧਰ ਤਬਰ ਤਿਛ ਕੁਠਾਰ। ਘੇਰ ਘੇਰ ਦਸੋ ਦਿਸਨ ਹੈ ਸੂਰਬੀਰ ਪਰਮਾਥ। ਇਹ ਵੀ ਪਾਠ ਜਿਹੜਾ ਹੈ ਦਿਸਨ ਹੈ, ਮੇਰਾ ਖਿਆਲ ਵੀ ਮੇਰੇ ਕੋਲ ਤਾਂ ਇਹ ਵੱਖਰਾ ਹੀ ਲੱਗਾ, ਪਰ ਇਹ ਪਾਠ ਇਕੱਠਾ ਹੋਣਾ ਚਾਹੀਦਾ। ਦਿਸਨ ਹੈ, ਦਿਸ਼ਾ ਚ ਘੇਰ ਘੇਰ ਦਸੋ ਦਿਸਨ ਹੈ। ਇੱਧਰ ਇਕੱਠਾ ਹਾਂਜੀ
ਆਪਣੇ ਦੇ ਇਕੱਠਾ, ਨਹੀਂ ਆਪਣੇ ਤੇ ਅੱਡਾ ਉਧਰ ਇਕੱਠਾ। ਇਧਰ ਦਸਾਨਾ ਇਕੱਠਾ ਹੀ ਪਾਠ ਚਾਹੀਦਾ। ਦਸੋ ਦਸਾਨਾ, ਮੈਂ ਜਰਾ ਇੱਕ ਮਿੰਟ ਮੈਨੂੰ ਦਿਓ, ਮੈਂ ਦੇਖ ਲਾਂ। ਦਸੋ ਦਿਸ਼ਾਵਾਂ ਨੂੰ ਘੇਰ ਲਿਆ ਤੇ ਦਸੋ ਦਸਾਨਾ ਪਾਠ ਆ, ਇਕੱਠਾ ਪਾਠ ਕਰ ਲਓ, ਇਹ ਨੋਟ ਕਰ ਲਓ। ਘੇਰ ਘੇਰ ਦਸੋ ਦਸਾਨਾ ਹੈ ਸੂਰਬੀਰ ਪਰਮਾਤ। ਦਿਸ਼ਾ ਨਹ ਐ ਨਹੀਂ ਕਰਨਾ ਪਾਠ, ਦਿਸਾਨ ਹੈ। ਦਸੋ ਦਿਸ਼ਾ ਨੂੰ ਘੇਰ ਲਿਆ। ਹਾਂਜੀ। ਘੇਰ ਘੇਰ ਦਸੋ ਦਿਸਾਨ ਹੈ ਸੂਰਬੀਰ ਪਰਮਾਥ। ਆਏ ਕੈ ਜੂਝੇ ਸਬੈ ਰਣ ਰਾਮ ਏਕਲ ਸਾਥ। ਰਸਾਵਲ ਛੰਦ। ਰਣੰ ਪੇਖ ਰਾਮੰ ਤੁਜੰ ਧਰਮ ਧਾਮੰ। ਚਹੂੰ ਔਰ ਟੂਕੇ ਮੁਖੰ ਮਾਰ ਕੂਕੇ। ਬੱਜੇ ਘੋਰ ਬਾਜੇ ਧੁਣੰ ਮੇਘ ਲਾਜੇ। ਝੰਡਾ ਗੱਡ ਗਾੜੇ ਮੰਡੇ ਬੈਰ ਬਾੜੇ। ਕੜਕੇ ਕਮਾਣੰ ਝੜਕੇ ਕਿਰਪਾਣੰ। ਢਲਾ ਟੁਕ ਢਾਲੈ ਚੱਲੀ ਪ੍ਰੀਤ ਪਾਲੈ। ਰਣੰ ਰੰਗ ਰਤੇ ਮਨੋ ਮਲ ਮਤੇ। ਸਰੰਗ ਧਾਰ ਬਰਖੇ ਮਹਿਕ ਆਸ ਕਰਖੇ। ਕਰੀ ਬਾਨ ਬਰਖਾ ਸੁਣੇ ਜੀਤ ਕਰਖਾ। ਸੁਬਾਹੰ ਮਰੀਚੰ ਚੱਲੇ ਬਾਸ਼ ਮੀਚੰ। ਏਕੈ ਬਾਰ ਟੂਟੇ ਮਨੋ ਬਾਜ ਛੂਟੇ। ਲਇਓ ਘੇਰ ਰਾਮੰ ਸਸੰਗ ਜੇਮ ਕਾਮੰ। ਘਿਰਿਓ ਦੈਤ ਸੈਣੰ ਜਿਮੰ ਰੁਦਰ ਮੈਣੰ। ਰੁਕੇ ਰਾਮ ਜੰਗੰ ਮਨੋ ਸਿੰਧ ਗੰਗੰ। ਰਣੰ ਰਾਮ ਬੱਜੇ ਧੁਣੰ ਮੇਘ ਲੱਜੇ। ਰੁਲੇ ਤਛ ਮੁੱਛੰ ਗਿਰੇ ਸੂਰ ਸਵੱਛੰ। ਚੱਲੇ ਐਂਠ ਮੁੱਛੈ ਕਹਾਂ ਰਾਮ ਪੁੱਛੈ। ਅਬੈ ਹਾਥ ਲਾਗੇ ਕਹਾਂ ਜਾਹੋ ਭਾਗੇ। ਰਿਪੰ ਪੇਖ ਰਾਮੰ ਹਠਿਓ ਧਰਮ ਧਾਮੰ। ਕਰੈ ਨੈਣ ਰਾਤੰ ਧੁਨਰ ਵੇਦ ਗਿਆਤੰ। ਧਨੰ ਉਗਰ ਕਰਖਿਓ ਸਰੰਗ ਧਾਰ ਬਰਖਿਓ। ਹਣੀ ਸਤਰ ਸੈਣੰ ਹੱਸੇ ਦੇਵ ਗੈਣੰ। ਭੱਜੀ ਸਰਬ ਸੈਣੰ ਲਖੀ ਮਰੀਚ ਨੈਣੰ। ਫਿਰਿਓ ਰੋਸ ਪ੍ਰੇਰਿਓ ਮਨੋ ਸਾਪ ਛੇੜਿਓ। ਹਣਿਓ ਰਾਮ ਬਾਣੰ ਕਰਿਓ ਸਿੰਧ ਪਿਆਣੰ। ਤਜਿਓ ਰਾਜ ਦੇਸੰ ਲਇਓ ਜੋਗ ਭੇਸੰ। ਸੋ ਬਸਤਰੰ ਉਤਾਰੇ ਭਗਵੇਂ ਬਸਤਰ ਧਾਰੇ। ਬਸਿਓ ਲੰਕ ਬਾਗੰ ਪੁਨਰ ਦ੍ਰੋਹ ਤਿਆਗੰ। ਸਰੋਸੰ ਸੁਬਾਹੰ ਚੜਿਓ ਲੈ ਸਿਪਾਹੰ। ਠਟਿਓ ਆਣ ਜੁਦੰ ਭਇਓ ਨਾਦ ਉਦੰ। ਸੁਬੰ ਸੈਣ ਸਾਜੀ ਤੁਰੇ ਤੁੰਦ ਤਾਜੀ। ਗਜਾ ਜੂਹ ਗੱਜੇ ਧੁਣੰ ਮੇਘ ਲੱਜੇ। ਹਾਂ, ਪਿੱਛੇ ਪਾਠ ਆਪਾਂ ਨੇ ਸ਼ਰਵਣ ਕੀਤਾ। ਸੁਬੰ ਸੈਣ ਸਾਜੀ ਤੁਰੇ ਤੁੰਦ ਤਾਜੀ। ਸਾਜੀ ਕਸ ਕੇ ਤਾਜੀ ਪੋਲਾ ਪਾਠ ਕਰਨਾ ਜੀ। ਸੁਬੰ ਸੈਣ ਸਾਜੀ ਤੁਰੇ ਤੁੰਦ ਤਾਜੀ। ਗਜਾ ਜੂਹ ਗੱਜੇ ਧੁਣੰ ਮੇਘ ਲੱਜੇ। ਟਕਾ ਟੁਕ ਢਾਲੰ ਸੁਭੀ ਪ੍ਰੀਤ ਲਾਲੰ। ਗਹੇ ਸ਼ਸਤਰ ਉੱਠੇ ਸਰੰਗ ਧਾਰ ਬੁੱਠੇ। ਬਹੈ ਅਗਨ ਅਸਤਰੰ ਛੁਟੇ ਸਰਬ ਸ਼ਸਤਰੰ। ਰੰਗੇ ਸਰੋਣ ਐਸੇ ਚੜੇ ਵਿਆਹ ਜੈਸੇ। ਕਣੇ ਕਾਇ ਘੂਮੇ ਮਦੀ ਜੈਸ ਝੂਮੇ। ਰਹੇ ਵੀਰ ਐਸੇ ਫੁੱਲੇ ਫੂਲ ਜੈਸੇ। ਹਠਿਓ ਦਾਨ ਵੇਸੰ ਭਇਓ ਆਪ ਭੇਸੰ। ਬੱਜੇ ਘੋਰ ਬਾਜੇ ਧੁਣੰ ਅਬਰ ਲਾਜੇ। ਰਥੀ ਨਾਗ ਕੂਟੇ ਫਿਰੈ ਬਾਜ ਛੂਟੇ। ਭਇਓ ਜੁਧ ਭਾਰੀ ਛੁਟੀ ਰੁਦਰ ਤਾਰੀ। ਬੱਜੇ ਘੰਟ ਭੇਰੀ ਡਹੇ ਡਾਮ ਡੇਰੀ। ਰਣੰਕੇ ਨਿਸਾਣੰ ਕਣੰਛੇ ਕਿਕਾਣੰ। ਤਹਾ ਤੂਹ ਤੋਪੰ ਟਕਾ ਟੂਕ ਟੋਪੰ। ਤਹਾ ਤੁਹੂ ਤੋਪੰ। ਤਹਾ ਤੁਹੂ ਤੋਪੰ ਟਕਾ ਟੂਕ ਟੋਪੰ। ਹਾਂ ਚਲੋ ਅੱਗੇ। ਕਟੇ ਚਰਮ ਬਰਮੰ ਪਲਿਓ ਛਤਰ ਧਰਮੰ।
ਭਇਓ ਦੁੰਦ ਜੁਦੰ ਭਰਿਓ ਰਾਮ ਕ੍ਰੁਦੰ ਕੱਟੀ ਦੁਸ਼ਟ ਬਾਹੰ ਸੰਘਾਰਿਓ ਸੁਬਾਹੰ ਤਰਸੇ ਦੈਤ ਭਾਜੇ ਰਣੰ ਰਾਮ ਗਾਜੇ ਭੁਵੰ ਭਾਰ ਉਤਾਰਿਓ ਰਿਖੀ ਸੰਗ ਉਬਾਰਿਓ ਸਭੈ ਸਾਧ ਹਰਖੇ ਭਏ ਜੀਤ ਕਰਖੇ ਕਰੈ ਦੇਵ ਅਰਚਾ ਰਣੈ ਵੇਦ ਚਰਚਾ ਭਇਓ ਜਗ ਪੂਰੰ ਗਏ ਪਾਪ ਦੂਰੰ ਸੁਰੰ ਸਰਬ ਹਰਖੇ ਧਨੰ ਧਾਰ ਬਰਖੇ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਰਾਮ ਬਤਾਰੇ ਕਥਾ ਸੁਬਾਹਾ ਮਰੀਚ ਬਧ ਹੈ ਜਗ ਸੰਪੂਰਨ ਕਰਨੰ ਸਮਾਪਤ ਹੈ। ਆਥ ਸੀਤਾ ਸੁਯੰਬਰ ਕਥਨੰ ਰਸਾਵਲ ਛੰਦ ਰਚਿਓ ਸੁਯੰਬਰ ਸੀਤਾ ਮਹਾਜੁਧ ਗੀਤਾ ਰਚਿਓ ਸੁਯੰਬਰ ਸੀਤਾ ਮਹਾਸੁਧ ਗੀਤਾ ਰਚਿਓ ਸੁਯੰਬਰ ਸੀਤਾ ਮਹਾਸੁਧ ਗੀਤਾ ਵਿਦੰ ਚਾਰ ਬੈਣੀ ਮਿਰਗੀ ਰਾਜ ਨੈਣੀ ਸੁਣਿਓ ਮੋਨ ਨੇਸੰ ਚਤੁਰ ਚਾਰ ਦੇਸੰ ਚਲਿਓ ਸੰਗ ਰਾਮੰ ਚਲਿਓ ਧਰਮ ਧਾਮੰ ਲਇਓ ਸੰਗ ਰਾਮੰ ਚਲਿਓ ਧਰਮ ਧਾਮੰ। ਵੇਖੋ ਜੀ ਪਾਠ ਕੇ ਹਾਂਜੀ। ਸੁਨੋ ਰਾਮ ਪਿਆਰੇ ਚਲੋ ਸਾਥ ਹਮਾਰੇ ਸੀਆ ਸੁਯੰਬਰ ਕੀਨੋ ਨਿਰਪੰਗ ਭੋਲ ਲੀਨੋ ਤਹਾਂ ਪ੍ਰਾਤ ਜਈਐ ਸੀਆ ਜੀਤ ਲਈਐ ਕਹੀ ਮਾਨ ਮੇਰੀ ਬਣੀ ਬਾਤ ਤੋਰੀ ਬਲੀ ਪਾਨ ਬਾਗੇ ਨਿਪਾਤੋ ਪਿਨਾਕੇ ਸੀ ਪਾਠ ਹੈ ਕਹੀ ਮਾਨ ਮੇਰੀ ਬਣੀ ਬਾਤ ਤੋਰੀ। ਪਾਠ ਸ਼ੁੱਧ ਇਵੇਂ ਹੀ ਆ ਤੇ ਕਈਆਂ ਨੇ ਸੌਖਾ ਜਿਹਾ ਬਣਾਤਾ ਵੀ ਤੁਕਾਂਤ ਨੂੰ ਕਹੀ ਮਾਨ ਮੇਰੀ ਬਣੀ ਬਾਤ ਤੇਰੀ, ਉਹ ਪਾਠ ਪੜਾਇਆ ਗਿਆ। ਪਰ ਜੇ ਸਰੂਪਾਂ ਵਿੱਚ ਦਰਸ਼ਨ ਦਿਦਾਰੇ ਕੀਤੇ ਨੇ ਆਪਣੇ ਵਾਲਾ ਸਟੀਕ ਆ ਜਾਂ ਪਾਠ ਹੈ ਮੂਲ ਆ, ਇਹ ਕੀ ਆ ਹਾਂਜੀ ਇਹ ਤਾਂ ਫਿਰ ਉਹਨਾਂ ਨੇ ਉਹ ਆਪਣੇ ਹਿਸਾਬ ਨਾਲ ਕਰਤਾ। ਪਾਠ ਜਿਹੜੀ ਮੂਲ ਪਾਠ ਹੈ ਕਹੀ ਮਾਨ ਮੇਰੀ ਬਣੀ ਬਾਤ ਤੋਰੀ, ਇਸ ਪ੍ਰਕਾਰ ਇਹ ਪਾਠ ਸ਼ੁੱਧ ਹੈ ਜੇ ਆਪਾਂ ਨੇ ਸਰਵਣ ਕਰਤਾ। ਹਾਂਜੀ ਕਿ ਤੁਕਾਂਤ ਨੂੰ ਮੁੱਖ ਰੱਖਦਿਆਂ ਟੀਕਾਕਾਰਾਂ ਨੇ ਵੀ ਕੁਛ ਉਹਨੂੰ ਮੇਰੀ ਤੇਰੀ ਬਣਾ ਦਿੱਤਾ, ਪਰ ਮੂਲ ਪਾਠ ਜੋ ਹੈ ਲਾਹੌਰ ਵਾਲੇ ਛਾਪੇ ਦਾ ਜਿੱਥੇ ਪ੍ਰਦਰਸ਼ਨਦਾਰੇ ਕੀਤੇ ਨੇ ਤੋ ਲਾਲ ਵੇਲ ਵਾਲੇ ਪ੍ਰਸਿੱਧ ਜੋ ਭਾਗ ਨੇ ਜਿਨ੍ਹਾਂ ਤੋਂ ਸੰਪਰਦਾ ਵਿੱਚ ਆਦਿ ਕਾਲ ਤੋਂ ਲੈ ਕੇ ਸੰਥਾ ਕਰਵਾਈ ਜਾਂਦੀ ਸੀ। ਸੰਪਰਦਾਇ ਪਿੰਡਰਾਂ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਸ਼ ਪਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਉਹ ਸੰਥਾ ਕਰਾਉਂਦੇ ਰਹੇ, ਕਥਾ ਵਾਰਤਾ ਵੀ ਕਰਾਉਂਦੇ ਰਹੇ ਸਿੱਖਾਂ ਨੂੰ। ਉਹਨਾਂ ਦੇ ਪਾਠ ਜਿਹੜੇ ਨੇ ਕਹੀ ਮਾਨ ਮੇਰੀ ਬਣੀ ਬਾਤ ਤੋਰੀ, ਇਸ ਪ੍ਰਕਾਰ ਪਾਠ ਹੈ ਸ਼ੁੱਧ ਜੀ। ਹਾਂਜੀ ਕਹੀ ਮਾਨ ਮੇਰੀ ਬਣੀ ਬਾਤ ਤੋਰੀ ਬਲੀ ਪਾਨ ਬਾਕੇ ਨਿਪਾਤੋ ਪਿਨਾਕੇ ਸੀਆ ਜੀਤ ਆਨੋ ਹਨੋ ਸਰਬ ਦਾਨੋ। ਹਾਂ ਸੀਆ ਜੀਤ ਆਨੋ ਹਨੋ ਸਰਬ ਦਾਨੋ ਚਲੇ ਰਾਮ ਸੰਗੰ ਸੁਹਾਏ ਨਿਖੰਗੰ ਭਏ ਜਾਏ ਠਾਡੇ ਮਹਾਮੋਦ ਬਾਡੇ ਪੁਰੰਗ ਨਾਰ ਦੇਖੈ ਸਹੀ ਕਾਮ ਲੇਖੈ ਰਿਪੰ ਸਦਰ ਜਾਨੈ ਸਿਦੰ ਸਾਧ ਮਾਨੈ ਸਿਸੰਗ ਬਾਲ ਰੂਪੰ ਲਹਿਓ ਭੂਪ ਭੂਪੰ ਤਪਿਓ ਪੌਣਹਾਰੀ ਭਟੰ ਸ਼ਸਤਰ ਧਾਰੀ ਨਿਸਾ ਚੰਦ ਜਾਣਿਓ ਦਿਨੰ ਭਾਨ ਮਾਨਿਓ ਗਣੰ ਰੁਦਰ ਰੇਖਿਓ ਸੁਰੰ ਇੰਦਰ ਦੇਖਿਓ ਸੁਰਤੰ ਬ੍ਰਹਮ ਜਾਣਿਓ ਦਿਜੰ ਵਿਆਸ ਮਾਨਿਓ ਹਰੀ ਬਿਸ਼ਨ ਲੇਖੇ ਸੀਆ ਰਾਮ ਦੇਖੇ ਸੀਆ ਭੇਖ ਰਾਮੰ ਵਿਧੀ ਬਾਣ ਕਾਮੰ ਗਿਰੀ ਚੂਮ ਭੂਮੰ ਮਦੀ ਜਾਣ ਕੂਮੰ ਉੱਠੀ ਚੇਤ ਐਸੇ ਮਹਾਬੀਰ ਜੈਸੇ ਰਹੀ ਨੈਣ ਜੋਰੀ ਸਸੰਗ ਜਿਉ ਚਕੋਰੀ ਰਹੇ ਮੋਹ ਦੋਨੋ ਟਰੇ ਨਾਹੇ ਕੋ ਨੋ। ਦੋਨੋਂ ਪਾਠ ਇਕੱਠਾ, ਕੋ ਨੋ ਵੱਖ ਵੱਖ ਪਾਠ ਹੈ ਜੀ, ਇਹ ਨੋਟ ਕਰ ਲੈਣੇ। ਸੋ ਮੈਂ ਪਾਠ ਸਿੰਘ ਕਰ ਰਿਹਾ, ਮੈਂ ਜਰਾ ਕੁ
ਇਹ ਆਪ ਪਾਠਕਾਂ ਸਾਰਿਆਂ ਦੀ ਇਧਰ ਨੂੰ ਬਿਰਤੀ ਅਥਵਾ ਧਿਆਨ ਦਵਾਇਆ ਵੀ ਇਹਦੀ ਚਾਲ ਇਸ ਪ੍ਰਕਾਰ ਪਾਠ ਹੈ ਇਸ ਛੰਦ ਦੀ। ਚਲੋ ਫਿਰ ਪਾਠ ਕਰੀਏ। ਲੱਗੋ ਉੱਥੋਂ 106 ਤੋਂ। ਉੱਠੀ ਚੇਤ ਐਸੇ ਉਠੀ ਚੇਤ ਐਸੇ ਮਹਾਬੀਰ ਜੈਸੇ ਰਹੀ ਨੈਣ ਜੋਰੀ ਸਸੰਗ ਜਿਉ ਚਕੋਰੀ ਰਹੇ ਮੋਹ ਦੋਨੋ ਟਰੇ ਨਾਹੀਂ ਕੋਨੋ ਰਹੇ। ਹਾਂਜੀ, ਇਹ ਪਾਠ ਜਿਸ ਪ੍ਰਕਾਰ ਆਪਾਂ ਨੇ ਸਰਵਣ ਕੀਤਾ ਇਸੇ ਪ੍ਰਕਾਰ ਹੀ ਇਹਨੂੰ ਆਪਣੇ ਜਿਹਨ ਵਿੱਚ ਬਿਠਾ ਲੈਣਾ। ਰਹੇ ਮੋਹ ਦੋਨੋਂ ਟਰੇ ਰਾਹੇ ਕੋਨੋ, ਕੋਈ ਟਲਦਾ ਨਹੀਂ ਹੈ ਇਸ ਪ੍ਰਕਾਰ ਹੈ। ਦੋਨੋਂ ਆਸ ਪਿੱਛੇ ਜੋ ਦਰਸ਼ਨਦਾਰੇ ਕੀਤੇ ਸਵੰਬਰ ਜੋ ਰਚਿਆ ਜਾ ਰਿਹਾ, ਇੱਕ ਦੂਸਰੇ ਦੇ ਦਰਸ਼ਨ ਕਰਕੇ ਸ੍ਰੀ ਰਾਮ ਚੰਦਰ ਜੀ ਤੇ ਸੀਤਾ ਜੀ ਮੋਏ ਗਏ ਨੇ। ਹਾਂਜੀ, ਇਸ ਪ੍ਰਕਾਰ ਇਹ ਕੋਨੋਂ ਪਾਠ ਜਿਹੜਾ ਹੈ ਇਹ ਧਿਆਨ ਵਿੱਚ ਰੱਖਿਆ ਜਾਵੇ। ਇੱਕ ਦੂਜੇ ਤੇ ਮੋਹਤ ਹੋ ਗਏ ਨੇ, ਕੋਈ ਪਿੱਛੇ ਨਾ ਹਟੇ। ਅੱਛਾ ਚਲੋ ਜੀ। ਰਹੇ ਮੋਹ ਦੋਨੋਂ ਟਰੇ ਨਾਹੀਂ ਕੋਨੋ ਰਹੇ ਠਾਂਡ ਐਸੇ ਰਣੰ ਵੀਰ ਜੈਸੇ ਪਠੇ ਕੂੜ ਦੋ ਪਠੇ ਕੋੜ ਦੂਤੰ ਚਲੇ ਪੌਨ ਪੂਤੰ ਵੰਡਾਂਡਾਰੇ ਨਰੇਸੋ ਦਿਖਾਰੇ ਲਇਓ ਰਾਮ ਪਾਨੰ ਭਰਿਓ ਵੀਰ ਮਾਨੰ ਹਸਿਓ ਐ ਚਲੀਨੋ ਉਭੈ ਟੂਕ ਕੀਨੋ ਸਭੈ ਦੇਵ ਹਰਖੇ ਘਨੰ ਪਰੋਹ ਪੋਹ ਪਰਖੇ ਲਜਾਨੇ ਨਰੇਸੰ। ਲੱਜਾ ਸਹਿਤ ਹੋ ਗਏ, ਲਜਾਨੇ ਇਹ ਕਸ ਕੇ ਪਾਠ ਕਰਨਾ। ਲਜਾਨੇ ਨਰੇਸੰ ਚਲੇ ਆਪ ਦੇਸੰ ਤਬੈ ਰਾਜ ਕੰਨਿਆ ਤਿਹੂ ਲੋਕ ਧੰਨਿਆ ਧਰੇ ਫੂਲ ਮਾਲਾ ਬਰਿਓ ਰਾਮ ਬਾਲਾ ਭੁਜੰਗ ਪ੍ਰਿਆਦ ਛੰਦ। ਕਿਦੋ ਦੇਵ ਕੰਨਿਆ ਕਿਦੋ ਵਾਸਵੀ ਹੈ ਕਿਦੋ ਜਛਨੀ ਕਿੰਨਰਨੀ ਨਾਗਨੀ ਹੈ ਕਿਦੋ ਗੰਧਰਵੀ ਦੈਤ ਜਾ ਦੇਵਤਾ ਸੀ ਕਿਦੋ ਸੂਰਜਾ ਸੁਧ ਸੋਧੀ ਸੁਦਾਸੀ ਕਿਦੋ ਜਛ ਵਿਦਿਆ ਧਰੀ ਗੰਧਰਵੀ ਹੈ ਕਿਦੋ ਨਾਗਨੀ ਕਿਦੋ ਰਾਗਨੀ ਭਾਗ ਪੂਰੇ ਰਚੀ ਹੈ ਕਿਦੋ ਸਵਰਨ ਕੀ ਚਿੱਤਰ ਕੀ ਪੁੱਤਰਕਾ ਹੈ ਕਿਦੋ ਕਾਮ ਕੀ ਕਾਮਨੀ ਕੀ ਪ੍ਰਭਾ ਹੈ ਕਿਦੋ ਚਿੱਤਰ ਕੀ ਪੁੱਤਰਕਾਸੀ ਬਣੀ ਹੈ ਕਿਦੋ ਸੰਖਨੀ ਚਿਤਰਨੀ ਪਦਮਨੀ ਹੈ ਕਿਦੋ ਰਾਗ ਪੂਰੇ ਭਰੀ ਰਾਗ ਮਾਲਾ ਬਰੀ ਰਾਮ ਤੈਸੀ ਸੀਆ ਆਜ ਬਾਲਾ ਸਕੇ ਪ੍ਰੇਮ ਦੋਨੋਂ ਲਗੇ ਨੈਣ ਐਸੇ ਮਨੋ ਫਾਦ ਫੰਦੇ ਮਿਰਗੀ ਰਾਜ ਜੈਸੇ ਬਿਦੰਗ ਬਾਗ ਪੈਣੀ ਕਟੰਗ ਦੇਸ਼ ਸ਼ੀਣੰ ਰੰਗੇ ਰੰਗ ਰਾਮੰ ਸੁਨੈਣੰ ਪ੍ਰਬੀਣੰ ਜਿਣੀ ਰਾਮ ਸੀਤਾ ਸੁਣੀ ਸ਼੍ਰਵਣ ਰਾਮੰ ਗਹੇ ਸ਼ਸਤਰ ਅਸਤਰੰ ਰਿਸਿਓ ਤੌਨ ਜਾਮੰ ਕਹਾਂ ਜਾਤ ਭਾਖਿਓ ਰਹੋ ਰਾਮ ਠੰਡੇ ਲਖੋ ਆਜ ਕੈਸੇ ਭਏ ਵੀਰ ਗਾਡੇ ਕਹਾਂ ਜਾਤ ਭਾਖਿਓ ਰਹੋ ਰਾਮ ਠਾਡੇ ਲਖੋ ਰਾਜ ਕੈ ਲਖੋ ਆਜ ਕੈਸੇ ਭਏ ਵੀਰ ਗਾਡੇ ਭਾਖਾ ਪਿੰਗਲ ਦੀ ਸੁੰਦਰੀ ਛੰਦ ਪਟ ਹੁੰਕੇ ਧੁੰਕੇ ਬੰਕਾਰੇ ਰਣ ਬੱਜੇ ਗੱਜੇ ਨਗਾਰੇ ਪਟ ਹੁੰਕੇ ਧੁੰਕੇ ਬੰਕਾਰੇ ਰਣ ਬੱਜੇ ਗੱਜੇ ਨਗਾਰੇ ਰਣ ਹੁੱਲ ਕੁਲੋਲੰ ਹੁਲਾਲੰ ਟਲ ਹੱਲੰ ਢਲੰ ਔਸ਼ਾਲੰ ਰਣ ਉੱਠੇ ਕੁੱਠੇ ਮੁਛਾਲੇ ਸਰ ਛੁੱਟੇ ਜੁੱਟੇ ਪੀਹਾਲੇ ਰਦ ਡਿੱਗੇ ਭਿੱਗੇ ਜੋਧਾਣੰ ਕਣਨੰ ਛੇ ਕੱਛੇ ਕਾਣੰ ਪੀਖਣੀਆਂ ਭੇਰੀ ਪੁੰਕਾਰੰ ਚਲਲੰ ਕੇ ਖੰਡੇ ਦੋ ਧਾਰੰ ਜੁਦੰ ਜੋਝਾਰੰ ਬੱਬੋ ਬਾੜੇ ਰੁਲੀਏ ਪਖਰੀਏ ਆਹਾੜੇ ਜੁਦੰ ਜੋਝਾਰੰ ਬੋਬਾੜੇ ਰੁਲੀਏ ਪਖਰੀਏ ਆਹਾੜੇ ਬੱਕੇ ਬੱਬਾੜੇ ਬੰਕਾਰੰ ਨੱਚੇ ਪਖਰੀਏ ਜੋਝਾਰੰ ਬੱਜੇ ਸੰਗਲੀਏ ਪੀਹਾਲੇ ਰਣ ਰੱਤੇ ਮੱਤੇ ਮੁਛਾਲੇ ਉਛਲੀਏ ਕੱਛੀ ਕੱਛਾਲੇ ਉੱਡੇ ਜਣ ਪੱਬੰ ਪਛਾਲੇ ਜੁੱਟੇ ਭਟ ਜੁੱਟੇ ਭਟ ਛੁੱਟੇ ਮੁਛਾਲੇ ਰੁਲੀਏ ਆਹਾੜੰ ਪਖਰਾਲੇ ਬੱਜੇ ਸੰਧੂਰੰ ਨਗਾਰੇ ਕੱਛੇ ਕਸ਼ੀਲੇ ਲੁਝਾਰੇ ਗਣਹੂਰੰ ਪੂਰੰ ਗੈਣਾਯੰ ਅੰਜਨੀਯੰ ਅੰਜੇ ਨੈਣਾਯੰ
ਰਾਣ ਨੱਕੇ ਨਾਦੰ ਨਾਫੀਰੰ ਬੱਬਾੜੇ ਬੀਰੰ ਹਾ ਬੀਰੰ ਉੱਗੇ ਜਨ ਨੇਜੇ ਜਟਾਲੇ ਛੁੱਟੇ ਸਿਲਸਤਿਯੰ ਉਛਾਲੇ ਪੜ ਦਿੱਗੇ ਘਾਇੰ ਅਘਾਇੰ ਤਨ ਸੁਭੇ ਅੱਦੂ ਆਧਾਇੰ ਦਲ ਗੱਜੇ ਬੱਜੇ ਨੀਸਾਣੰ ਚੰਚਲੀਏ ਤਾਜੀ ਚੀਹਾਣੰ ਚਬਦਿਸਿਯੰ ਚਿੰਕੀ ਚਾਵੰਡਾਇ ਖੰਡੇ ਖੰਡ ਕੇ ਆਖੰਡਾਇ ਰਾੜੜੰਕੇ ਗਿੱਦੰ ਉਦਾਣੰ ਜੈ ਜੰਪੈ ਸਿੱਧੰ ਸੁਦਾਣੰ ਫੁੱਲੇ ਜਨ ਕਿੰਸਕ ਬਾਸੰਤੰ ਰਣ ਰਤੇ ਸੂਰਾ ਸਾਮੰਤੰ ਡਿੱਗੇ ਰਣ ਸੁੰਡੀ ਸੁੰਡਾਣੰ ਧਰ ਪੂਰੰ ਮੁੰਡਾਣੰ ਮਦਰ ਧੁਨ ਛੰਦ ਤਰ ਪਰ ਰਾਮੰ ਪਰ ਹਰ ਕਾਮੰ ਧਰ ਬਰ ਧੀਰੰ ਪਰ ਹਰ ਤੀਰੰ ਦਰ ਬਰ ਗਿਆਨੰ ਪਰ ਹਰ ਪਿਆ ਧਿਆਨੰ ਥਰ ਹਰ ਕੰਪੈ ਹਰ ਹਰ ਜੰਪੈ ਕ੍ਰੋਧਤ ਗਲਤੰ ਬੋਧੰ ਕ੍ਰੋਧੰ ਗਲਤੰ ਬੋਧੰ ਦਲਤੰ ਕਰ ਸਰ ਸਰਤਾ ਧਰਮਰ ਹਰਤਾ ਸਰਬਰ ਪਾਣੰ ਧਾਰ ਕਰ ਪਾਮਾਣੰ ਅਰ ਔਰ ਸਾਲੀ ਧਰ ਔਰ ਮਾਲੀ ਕਰ ਬਰ ਕੋਪੰ ਥਰ ਹਰ ਧੋਪੰ ਗਰ ਬਰ ਕਰਣੰ ਘਰ ਬਰ ਹਰਣੰ ਸ਼ਰ ਹਰ ਅੰਗੰ ਚਾਰ ਖਰ ਸੰਗੰ ਜਾਰ ਬਰ ਜਾਮੰ ਝਾਰ ਹਰ ਰਾਮੰ ਟਰ ਧਰ ਜਾਯੰ ਨਰ ਹਰ ਪਾਯੰ ਧਰ ਹਰ ਢਾਲੰ ਥਰ ਹਰ ਕਾਲੰ ਅਰ ਬਰ ਦਰਣੰ ਨਰ ਬਰ ਹਰਣੰ ਧਰ ਬਰ ਧੀਰੰ ਫਰ ਹਰ ਤੀਰੰ ਬਰ ਨਰ ਦਰਣੰ ਪਰ ਹਰ ਕਰਣੰ ਹਰ ਹਰ ਰੜਤਾ ਬਰ ਹਰ ਗੜਤਾ ਸਰਬਰ ਹਰਤਾ ਚਰ ਮਰ ਧਰਤਾ ਬਰ ਮਰ ਮਾ ਬਾਰ ਮਰ ਪਾਣੰ ਕਰ ਬਰ ਜਾਣੰ ਹਰ ਬਰ ਹਾਰੰ ਕਰ ਬਰ ਬਾਰੰ ਗੜਬੜ ਰਾਮੰ ਗੜਬੜ ਧਾਮੰ ਚਰਪੜ ਸੀ ਗਾਗੇ ਆਦ ਕਿਰਤ ਛੰਦ ਖਗ ਖਿਆਤਾ ਗਿਆਨ ਗਿਆਤਾ ਚਿੱਤਰ ਬਰਮਾ ਚਾਰ ਚਰਮਾ ਸ਼ਾਸਤਰੰ ਗਿਆਤਾ ਸ਼ਸਤਰੰ ਖਿਆਤਾ ਸਾਸਤਰੰ ਗਿਆਤਾ ਸ਼ਾਸਤਰੰ ਆਏ ਪੜ੍ਹਨਾ ਪਾਠ ਸ਼ਾਸਤਰੰ ਗਿਆਤਾ ਜਿਹੜੇ ਸ਼ਾਸਤਰ ਪੜ੍ਹਨ ਵਾਲੇ ਗ੍ਰੰਥ ਉਹਨਾਂ ਦਾ ਗਿਆਤਾ ਹੈ, ਉਹਨਾਂ ਦਾ ਗਿਆਨ ਹੈ। ਸ਼ਸਤਰੰ ਖਿਆਤਾ ਜੇ ਸ਼ਸਤਰ ਨੇ ਉਹਨਾਂ ਦਾ ਪੂਰਾ ਖਿਲਾੜੀ ਹੈ। ਹਾਂਜੀ ਚਲੋ ਪੜੋ ਫਿਰ। ਸ਼ਾਸਤਰੰ ਗਿਆਤਾ ਸ਼ਸਤਰੰ ਖਿਆਤਾ ਚਿਤਰੰ ਜੋਧੀ ਜੁੱਧੰ ਕ੍ਰੋਧੀ ਬੀਰੰ ਵਰਣੰ ਪੀਰੰ ਪਰਣੰ ਸਤਰੰ ਹਰਤਾ ਅਤਰੰ ਧਰਤਾ ਬਰਮੰ ਬੇਦੀ ਚਰਮੰ ਛੇਦੀ ਸ਼ਤਰੰ ਹੰਤਾ ਯਤਰੰ ਗੰਤਾ ਜੁੱਧੰ ਧਾਮੀ ਬੁੱਧੰ ਗਾਮੀ ਸ਼ਾਸਤਰੰ ਖਿਆਤਾ ਯਸਤਰੰ ਗਿਆਤਾ ਜੋਧਾ ਮਾਲੇ ਕੀਰਤ ਸਾਲੀ ਧਰਮੰ ਧਾਮੰ ਰੂਪੰ ਰਾਮੰ ਧੀਰੰ ਧਰਤਾ ਬੀਰੰ ਹਰਤਾ ਜੁੱਧੰ ਜੇਤਾ ਸ਼ਾਸਤਰੰ ਨੇਤਾ ਦੁਰਦੰ ਗਾਮੀ ਸਰਬੰ ਧਾਮੀ ਜੋਗੰ ਜਵਾਲੀ ਜੋਤੰ ਮਾਲੀ ਦੁਰਦੰਗਾਮੇ ਧਰਮੰ ਧਾਮੇ ਜੋਗੰ ਜਵਾਲੇ ਜੋਤੰ ਮਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਇੱਥੇ ਆਪਾਂ 198 ਅੰਗ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਜੋ ਅੰਕ ਹੈ 146 ਤੱਕ ਆਪਾਂ ਨੇ ਪਾਠ ਕਰ ਲਿਆ। 146 ਅੰਕ ਰਾਮਾਵਤਾਰ ਦਾ ਛੰਦਾਂ ਦਾ 198 ਅੰਗ ਇਹ ਸਾਰੀ ਉਸਤਤ ਹੋ ਰਹੀ ਹੈ ਜੋ ਆਪਾਂ ਨੇ ਸਰਵਣ ਕੀਤਾ ਪਾਠ। ਜੋ ਯੁੱਧਾਂ ਦਾ ਜੇਤੂ ਸੀ, ਸ਼ਸਤਰਾਂ ਦੇ ਚਲਾਉਣ ਵਾਲਾ ਮੁਖੀ ਸੀ, ਹਾਥੀ ਦੀ ਸਵਾਰੀ ਕਰਨ ਵਾਲਾ ਸੀ, ਧਰਮ ਦਾ ਘਰ ਸੀ, ਜੋਗ ਵਿੱਚ ਇੱਕ ਅੱਗ ਦੀ ਲਾਟ ਸਮਾਨ ਸੀ, ਚਿਹਰੇ ਦਾ ਤੇਜ ਹੋਰ ਉਸ ਜਿਹਾ ਕੋਈ ਨਹੀਂ ਸੀ। ਸੋ ਇਹ
ਉਸਤਤ ਕੀਤੀ ਜਾਏ ਰਾਮਚੰਦਰ ਜੀ ਦੀ, ਜਿਹਨੇ ਸੀਤਾ ਵਰ ਲਈ ਆ। ਤੇ ਉੱਥੇ ਫਿਰ ਰਾਮਚੰਦਰ ਜੀ ਆ ਜਾਂਦੇ ਨੇ। ਵਾਹਿਗੁਰੂ ਦੂਜਾ ਰਾਮ ਅਵਤਾਰ ਜਿਹੜਾ ਹੈ ਪਰਸਰਾਮ, ਹੁਣ ਅੱਗੇ ਜਿਹੜਾ ਆਉਣਾ ਉਹ ਪਰਸਰਾਮ ਆ ਜਾਂਦਾ ਵੀ ਤੂੰ ਕਿੱਧਰ ਲੈ ਕੇ ਚੱਲਿਆ, ਤੂੰ ਵੱਡੇ ਨੇ ਧਨਕ ਤੋੜ ਲਿਆ ਸ਼ਿਵ ਜੀ ਦਾ। ਤੇ ਇਹਨਾਂ ਦਾ ਆਪਸ ਵਿੱਚ ਸੰਵਾਦ ਹੋਣਾ, ਇੱਕ ਦੂਸਰੇ ਨੂੰ ਕਠਨ ਬਚਨ ਵੀ ਕਹਿਣੇ ਨੇ। ਉਹ ਆਪਾਂ ਜੋ ਇਹਨਾਂ ਦਾ ਰਾਮ ਤੇ ਪਰਸਰਾਮ ਦਾ, ਰਾਮਚੰਦਰ ਜੀ ਦਾ ਤੇ ਪਰਸਰਾਮ ਜੀ ਦਾ ਸੰਵਾਦ ਅਗਲੇ ਪਾਠ ਵਿੱਚ ਅਗਲੇ ਸਮੇਂ ਆਪਾਂ ਦਰਸ਼ਨਦਾਰੇ ਕਰਾਂਗੇ। ਤੋ ਇੱਥੇ ਸਮਾਪਤੀ ਆ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।